मैं उस दिन करी जिंदगी च नहीं भुल सकता जो साढ़े नाल वापरी। ਇੱਥੇ ਦੇ ਲੋਕ ਇਹੋ ਹੀ ਦੁਹਾਈ ਪਾਉਂਦੇ ਰਹੇ ਵੀ ਸਾਨੂੰ ਨਿਸ਼ਾਨਦੇਹੀ ਕਰ ਦਿਓ ਵੀ ਕਿਹੜੇ ਢਾਉਣੇ ਕਰ। ਕ੍ਰਿਮੀਨਲ ਪਰਚਾ ਦਰਜ ਹੋਣਾ ਚਾਹੀਦਾ ਕਿ ਤੁਸੀਂ ਇਨਸਾਨੀ ਚੀਜ਼ਾਂ ਤੇ ਜਿੰਨੀ ਬਰਬਾਦੀ ਹੋਈ ਹੈ ਇਸ ਬਰਬਾਦੀ ਦੀ ਭਰਪਾਈ ਉਹਦੀ ਪ੍ਰਾਪਰਟੀ ਅਟੈਚਮੈਂਟ ਕਰਕੇ ਕਿਉਂ ਨਹੀਂ ਹੋਣੀ ਚਾਹੀਦੀ। ਲਤੀਪੁਰਾ ਜਲੰਧਰ ਦੇ ਵਿੱਚੋਂ ਵਿੱਚ ਵਸਿਆ ਇਹ ਲਤੀਪੁਰਾ। ਅੱਜ ਇਹ ਬੋਰਡ ਤੁਹਾਨੂੰ ਖੜਾ ਦਿਖ ਰਿਹਾ, ਇਹ ਬੋਰਡ ਡੇਗ ਦਿੱਤਾ ਗਿਆ ਸੀ ਜਦੋਂ ਇਹ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਗਈਆਂ, ਕੰਧਾਂ ਡਿੱਗੀਆਂ ਗਈਆਂ, ਬੋਰਡ ਖੜਾ ਹੋ ਗਿਆ ਤੇ ਇੱਥੇ ਵੱਸਦੇ ਲੋਕਾਂ ਨੂੰ, ਵੱਸਦੇ ਘਰਾਂ ਨੂੰ ਉਜਾੜਿਆ। ਜਿਨ੍ਹਾਂ ਨੂੰ ਗਿਆ ਉਹਨਾਂ ਦਾ ਤਹੀ ਹੈ ਕਿ ਇਹ ਮਕਾਨ ਵੀ ਮੁੜ ਕੇ ਖੜੇ ਹੋਣਗੇ, ਕੰਧਾਂ ਵੀ ਮੁੜ ਕੇ ਖੜੀਆਂ ਹੋਣਗੀਆਂ ਤੇ ਇਹਦੇ ਉੱਤੇ ਮੁੜ ਕੇ ਇੱਕ ਇਮਾਰਤ ਉਸਰੇਗੀ, ਮੁੜ ਕੇ ਇੱਕ ਮਕਾਨ ਉਸਰੇਗਾ। ਸੋ ਇਸ ਲਈ ਇਸ ਹਵਾਲੇ ਨਾਲ ਅਸੀਂ ਇੱਥੇ ਅੱਜ ਪਹੁੰਚੇ ਹਾਂ ਕਿ ਜਿਹੜੇ ਇਹ ਘਰ ਉਜਾੜੇ ਗਏ ਇਹਦੇ ਪਿੱਛੇ ਕੀ ਮਨਸ਼ਾ ਹੈ। 35 ਤੋਂ 40 ਦੇ ਕਰੀਬ ਇੱਥੇ ਪਰਿਵਾਰ ਵਸਦੇ ਨੇ ਤੇ 60 ਦੇ ਕਰੀਬ ਇਹ ਮਕਾਨ ਸੀ। ਸੋ ਉਹਨਾਂ ਸਾਰੇ ਮਕਾਨਾਂ ਨੂੰ ਉਜਾੜਿਆ ਗਿਆ। 1 ਕਿੱਲੇ ਤੋਂ ਥੋੜ੍ਹੀ ਜਿਹੀ ਵੱਧ ਜਗ੍ਹਾ ਹੈ। ਕੀ ਇਹਦੇ ਪਿੱਛੇ ਕੋਈ ਲੈਂਡ ਮਾਫੀਆ ਕੰਮ ਕਰ ਰਿਹਾ? ਕੀ ਕੋਈ ਰਾਜਨੀਤਿਕ ਮਨਸ਼ਾ ਨਾਲ ਇਹਦੇ ਪਿੱਛੇ ਸ਼ਰਾਰਤ ਹੋਈ ਹੈ ਜਾਂ ਸਿਰਫ ਇਹ ਇੱਕ ਟੈਸਟਿੰਗ ਹੈ ਕਿ ਇਹ ਤੋਂ ਬਾਅਦ ਹੋਰ ਥਾਵਾਂ ਉਜਾੜੀਆਂ ਜਾਣੀਆਂ ਨੇ? ਇਸ ਪਰਿਵਾਰਾਂ ਦੀ ਪੀੜ ਸਭ ਤੋਂ ਵੱਡੀ ਇਹ ਹੈ ਕਿ ਕਹਿੰਦੇ ਪਹਿਲਾਂ 47 'ਚ ਉਜੜੇ ਤੇ ਹੁਣ 22 'ਚ ਉਜੜੇ। ਜੀ ਹਾਂ, 47 ਤੋਂ ਪਾਰ ਤੋਂ ਉਜੜ ਕੇ ਇੱਥੇ ਆ ਕੇ ਘਰ ਬਸਾਉਂਦੇ ਨੇ ਤੇ ਜਦੋਂ ਦੁਨੀਆਦਾਰੀ ਚੱਲਣ ਲੱਗਦੀ ਹੈ ਤਦ ਅਚਾਨਕ ਫਿਰ ਇੱਕ ਬਲਡੋਜ਼ਰ ਆਉਂਦਾ ਤੇ ਇਹਨਾਂ ਘਰਾਂ ਨੂੰ ਮਿੱਟੀ 'ਚ ਮਿਲਾ ਕੇ ਚਲਾ ਜਾਂਦਾ। ਸਾਡੇ ਨਾਲ ਜਿੱਥੇ ਪੱਤਰਕਾਰ ਹਮੀਰ ਸਿੰਘ ਭਾਜੀ ਨੇ, ਉੱਥੇ ਹੀ ਪਾਲ ਸਿੰਘ ਨੌਲੀ ਵਾਲੀ ਹਮੀਰ ਸਿੰਘ ਭਾਜੀ ਦੇ ਨਾਲ ਨੇ ਤੇ ਨਾਲ ਹੀ ਸਰਦਾਰ ਗੁਰਬਖਸ਼ ਸਿੰਘ ਹੋਰੀ ਜਿਹੜੇ ਇੱਥੇ ਦੇ ਵਸਨੀਕ ਨੇ। ਤੁਸੀਂ ਇਹਨਾਂ ਦੀ ਵੀਡੀਓ ਉਹ ਵੀ ਦੇਖੀ ਹੋਣੀ ਜਦੋਂ ਇਹ ਬਾਲੇ ਚੁਗਦੇ ਨਜ਼ਰ ਆਉਂਦੇ ਨੇ ਕਿ ਹਾਂ ਇਹਨਾਂ ਬਾਲਿਆਂ 'ਚੋਂ ਹੁਣ ਮੈਂ ਮੁੜ ਕੇ ਆਪਣੀ ਚਿਖਾ ਬਣਾ ਲੈਣੀ ਆ। ਸੋ ਗੁਰਬਖਸ਼ ਜੀ, ਜਦੋਂ ਇਹ ਸਾਰੀ ਕਾਰਵਾਈ ਹੋਈ ਤਦ ਉਹਦੇ ਪਿੱਛੇ ਕੀ ਮਨਸ਼ਾ ਲੱਗਦੀ ਹੈ ਤੁਹਾਨੂੰ? ਜਦੋਂ ਇਹ ਘਰ ਢਾਏ ਗਏ ਕੀ ਤੁਹਾਨੂੰ ਲੱਗਿਆ ਕਿ ਦੁਬਾਰਾ ਅਸੀਂ ਉੱਜੜ ਰਹੇ ਹਾਂ ਜਾਂ ਇਹ ਲੱਗਿਆ ਕਿ ਹਾਂ ਇਹ ਸਰਕਾਰ, ਹੁਣ ਵਾਲੀਆਂ ਸਰਕਾਰਾਂ ਧੱਕਾ ਕਰ ਰਹੀਆਂ, ਜਾਂ ਲੱਗਦਾ ਸੀ ਕਿ ਕੋਈ ਪਾਰਟੀ ਬਾਂਹ ਫੜਨ ਆਊਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਘਰ ਢਾਏ ਗਏ ਜੀ ਉਸ ਦਿਨ ਤੇ ਮੈਨੂੰ ਸਵੇਰੇ 6:30 ਪੌਣੇ 7 ਦੇ ਕਰੀਬ ਮੈਨੂੰ ਤੇ ਮੇਰੀ ਵਾਈਫ ਨੂੰ ਫੜ ਕੇ ਠਾਣੇ ਲੱਗੀ ਸੀ। ਮੈਂ ਤਾਂ ਉਸ ਦਿਨ ਘਰ ਵੀ ਨਹੀਂ ਦੇਖ ਸਕਦਾ ਟੁੱਟਦਾ। ਸਾਡੇ ਕੋਲ ਫੋਨ ਵੀ ਖੋਲ੍ਹਿਆ ਸੀ। ਘਰ ਤੇ ਤੋੜ ਹੀ ਰਹੇ ਸੀ ਤੇ ਬੱਚਿਆਂ ਦਾ ਵੀ ਨਾਤਾ ਤੋੜ ਦਿੱਤਾ ਸੀ। ਮੈਂ ਉਸ ਦਿਨ ਕਰੀ ਜ਼ਿੰਦਗੀ 'ਚ ਨਹੀਂ ਭੁੱਲ ਸਕਦਾ ਜੋ ਸਾਡੇ ਨਾਲ ਵਾਪਰੀ। ਬਿਲਕੁਲ ਹੀ ਨਜਾਇਜ਼ ਤੇ ਧੱਕੇਸ਼ਾਹੀ ਹੋਈ ਆ। ਪਹਿਲਾਂ ਵੀ ਅਸੀਂ ਮਿਲਦੇ ਰਹੇ ਹਾਂ, ਕੋਈ ਹੱਲ ਨਹੀਂ ਹੋਇਆ। ਲੇਕਿਨ ਜਿਹੜੀ 30 ਤਰੀਕ ਤੋਂ ਲੈ ਕੇ ਤੇ 8 ਤਰੀਕ ਤੱਕ ਸਾਡੇ ਇੱਦਾਂ ਸਾਜ਼ਿਸ਼ ਕੀਤੀ ਆ, ਮੈਂ ਉਹਨੂੰ ਸਾਜ਼ਿਸ਼ ਦਾ ਇਨਾਮ ਦਿਆਂਗਾ ਕਿ ਜਿਹੜੀ ਉਹਨਾਂ ਨੇ ਸਾਨੂੰ ਧੋਖੇ 'ਚ ਰੱਖਿਆ। ਅਸੀਂ 30 ਤਰੀਕ ਨੂੰ ਵੀ DC ਕੋਲ ਗਏ, ਉਹਨਾਂ ਨੂੰ ਮੇਰੇ ਕੋਲ ਉਹਨਾਂ ਫੋਟੋਆਂ ਹੀ ਪਈਆਂ ਵਾ। ਉਹਨਾਂ ਨੇ ਕਿਹਾ ਵੀ ਅਸੀਂ ਸਾਡੇ ਕੋਲ ਛੱਤਾਂ ਨਹੀਂ ਦੱਸਿਆ, ਸੱਚਾਈ ਦੱਸੀ ਵੀ ਤੁਸੀਂ ਮਿਣਤੀ ਕਰਾ ਲਓ ਤੇ ਉਹ ਮਿਣਤੀ ਨਹੀਂ ਕੀਤੀ। ਫਿਰ 1 ਤਰੀਕ ਵਾਲੇ ਦਿਨ 30 ਤਰੀਕ ਨੂੰ ਫਿਰ ADCP ਕੋਲ ਵੀ ਗਏ, ਉਹਨਾਂ ਕੋਲ ਸਾਈਨ ਕਰਾਈ ਚਿੱਠੀ। ਫਿਰ 1 ਤਰੀਕ ਨੂੰ ਫਿਰ DC ਕੋਲ ਮਿਲੇ। DC ਕੋਲ ਫਿਰ ਉਹਨਾਂ ਨੇ ਚਿੱਠੀ ਸਾਈਨ ਕਰਕੇ ਉਹਨਾਂ ਨੇ ਆਪਣੇ ਕੋਲ ਹੀ ਰੱਖ ਲਈ ਆ। 2 ਤਰੀਕ ਨੂੰ ਮੈਂ ਫਿਰ ਗਿਆ 5-4 ਜਾਣੇ ਤੇ DC ਸਾਨੂੰ ਨਹੀਂ ਮਿਲਿਆ। ਜਿਹੜੀ ADCP ਦੀ ਚਿੱਠੀ ਉਹ ਮੈਂ ਜਿਹੜਾ ਉੱਥੋਂ ਦਾ SDM ਵੀ ਉਹਨੂੰ ਮਾਰਕ ਕਰਾਈ, ਉਹਨੇ ਤਹਿਸੀਲਦਾਰ ਨੂੰ ਮਾਰਕ ਕੀਤੀ। ਤਹਿਸੀਲਦਾਰ ਤੋਂ ਬਾਅਦ ਪਤਾ ਨਹੀਂ ਕਿੱਥੇ ਚਿੱਠੀ ਗਈ ਜੀ। ਕਿੱਥੇ ਗਈ? ਤੇ ਕਿੰਨੇ ਕੁਰੇ 35 ਦੇ ਕਰੀਬ ਪਰਿਵਾਰ ਨੇ ਤੇ 60 ਕੁ ਮਕਾਨ ਸੀ? 60 ਤੋਂ 70 ਮਕਾਨ ਬਣ ਜਾਂਦੇ ਨੇ ਤੇ 35 ਤੋਂ 40 ਪਰਿਵਾਰ ਸੀ। ਫਿਰ ਅਸੀਂ 8 ਤਰੀਕ ਨੂੰ ਮੈਡਮ ਅਰੋੜਾ ਨੂੰ ਲੈ ਕੇ ਫਿਰ DC ਕੋਲ ਗਏ। DC ਨੇ ਫਿਰ ਵੀ ਸਾਨੂੰ ਜਿੱਦਾਂ ਕਹਿੰਦੇ ਵੀ ਸੇਬ ਨੂੰ ਤੋਂ ਮਾਲ ਦਿੱਤਾ ਤੇ ਮਗਰ ਲਿਪਾ ਪੱਤੀ ਕਰਕੇ ਵੀ ਤੁਹਾਡੇ ਨਹੀਂ ਹੁੰਦੀ। ਆ ਜਦੋਂ ਇੱਧਰ ਬਾਅਦ 'ਚ ਉਹਨਾਂ ਨੇ ਲੋਸਮੈਂਟ ਕਰਵਾਤੀ। ਅਸੀਂ ਰਾਤ ਸੜਕਾਂ 'ਤੇ ਰਹੇ। ਉਹ ਜਿੱਥੇ ਮੇਰਾ ਸਮਾਨ ਵੀ ਪਿਆ ਉੱਥੇ ਅਸੀਂ ਬੈਂਚ ਡਾ ਕੇ ਸਾਰੇ ਹੀ ਫੈਮਲੀਆਂ ਉੱਥੇ ਬਹਿ ਕੇ, ਬੱਚੇ ਵੀ ਬਹਿ ਕੇ ਰਾਤ ਕੱਢੀ। ਅਤੇ ਪੁਲਿਸ ਮਿੰਟ ਬਾਅਦ ਆਉਂਦੀ ਸੀ, ਮਿੰਟ ਬਾਅਦ ਜਾਂਦੀ ਸੀ। ਅਤੇ ਰਾਤ ਜਦੋਂ ਤੜਕੇ 3:30-4 ਵਜੇ ਅਤੇ ਪੁਲਿਸ ਨੇ ਤਾਂ ਇੱਦਾਂ ਘੇਰਾ ਪਾਇਆ ਕਿ ਜਿੱਦਾਂ ਪਤਾ ਨਹੀਂ ਕਿੱਥੋਂ ਕੋਈ
ਅੱਤਵਾਦੀ ਆ ਗਏ ਹੋਣ ਜਾਂ ਕਿੱਥੋਂ ਕੋਈ ਇਦਾਂ ਦੇ ਆ ਗਏ ਹੋਣ। ਇੱਥੇ ਸਿੰਪਲ ਪਰਿਵਾਰ, ਆਮ ਪਰਿਵਾਰ ਜਿਹਨੂੰ ਕਹੇ ਜਾਂਦੇ ਆ। ਤੇ ਮੈਂ ਕਿਹਾ ਇੱਦਾਂ ਘੇਰਾ ਪਾਇਆ ਗਿਆ ਜੀ, ਪਤਾ ਨਹੀਂ ਕਿੰਨਾ ਕੁ ਜਿਹੜਾ ਕੋਈ ਉਹ ਦਿਨ ਅਸੀਂ ਨਹੀਂ ਕਦੀ ਭੁੱਲ ਸਕਦੇ ਜੀ। ਜੇ ਮੈਂ ਉਹ ਟਰਸਟ ਵਾਲੇ ਕੋ ਬੰਦੇ ਕੋ ਪੁੱਛਿਆ, ਜਦੋਂ ਕਾਰਵਾਈ ਲੱਗੀ ਕਰਨ ਪਹਿਲਾਂ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਰਹੇ ਤੇ ਪੁਲਿਸ ਖਲੋਤੀ ਰਹੀ ਪਹਿਲਾਂ। ਤੇ ਜਦੋਂ ਮੈਂ ਐਸਡੀਐਮ ਨੂੰ ਉਹ ਜਿਹੜੇ ਟਰਸਟ ਵਾਲੇ ਸੀ ਉਹਨਾਂ ਨੂੰ ਪੁੱਛਿਆ, ਮੈਂ ਭਾਜੀ ਜੇ ਤੁਹਾਡੇ ਕੋਲ ਕੋਈ ਆਰਡਰ ਹੈਗਾ ਤੇ ਸਾਨੂੰ ਉਹ ਦਿਖਾਇਆ ਜਾਵੇ, ਕਿਉਂਕਿ ਸਾਡਾ ਕਾਨੂੰਨੀ ਹੱਕ ਬਣਦਾ। ਉਹਦੇ ਵੱਡੇ ਪੁਲਿਸ ਅਫਸਰ ਨੂੰ ਮੈਨੂੰ ਉਹਦਾ ਨਾਮ ਨਹੀਂ ਯਾਦ, ਕਿਉਂਕਿ ਉਸ ਟਾਈਮ ਦਿਮਾਗ ਕੰਮ ਨਹੀਂ ਕਰਦਾ। ਤੇ ਉਹਨੇ ਉਹਨੂੰ ਇਸ਼ਾਰਾ ਕੀਤਾ ਤੇ ਮੈਨੂੰ 5-4 ਜਣਾ ਚੁੱਕਿਆ ਤੇ ਮੈਨੂੰ ਬੱਸੇ ਲੱਦ ਲਿਆ। ਭਾਜੀ ਇਹਨਾਂ ਨੇ ਕਾਗਜ਼ ਪੁੱਛ ਲਿਆ ਕਿ ਹਾਂ ਤੁਹਾਡੇ ਕੋਲ ਢਾਉਣ ਦੇ ਆਰਡਰ ਹੈਗੇ, ਤੇ ਇਸ ਲਈ ਇਹਨਾਂ ਨੂੰ ਪਹਿਲਾਂ ਥਾਣੇ ਲਿਜਾ ਕੇ ਤੇ ਸਤਪਾਲ ਸਿੰਘ ਨੌਲੀ ਭਾਜੀ ਤੁਸੀਂ ਲੰਬੇ ਸਮੇਂ ਤੋਂ ਜਲੰਧਰ 'ਚ ਪੱਤਰਕਾਰੀ ਕਰਦੇ ਹੋ, ਜੇ ਇਹ ਸੜਕ ਬਣਨ ਦਾ ਮਾਮਲਾ ਹੈ, ਜੇਕਰ ਇਹ ਲੱਗਦਾ ਕਿ ਹਾਂ ਜੀ ਇਹ ਕਿਸੇ ਰਾਹ ਦੇ ਵਿੱਚ ਆ ਰਿਹਾ, ਤਾਂ ਕੀ ਇਹੀ ਇਕੱਲਾ ਏਰੀਆ ਰਾਹ 'ਚ ਆ ਰਿਹਾ ਸੀ? ਹੋਰ ਬੜੇ ਘਰਾਣਿਆਂ ਦੇ, ਬੜਿਆਂ ਦੇ ਮਾਲ, ਬੜਿਆਂ ਦੇ ਦੁਕਾਨਾਂ, ਬੜਿਆਂ ਦੀਆਂ ਕੋਠੀਆਂ ਉਹ ਨਹੀਂ ਵਿੱਚ ਆ ਰਹੀਆਂ ਸੀ? ਜਾਂ ਇਹ ਕੋਈ ਮਾਲ ਨਾਲ ਜੋੜ ਕੇ ਵੀ ਮਾਮਲਾ, ਕਹਿੰਦੇ ਕਿ ਮਾਲ ਲਈ ਰਾਹ ਖਲਾਉਣਾ, ਕੀ ਹੈ ਪੂਰਾ ਮਾਮਲਾ? ਦੀਪਕ ਜੀ, ਇਹੋ 120 ਫੁੱਟੀ ਰੋਡ ਜਿਹਨੂੰ ਕਹਿੰਦੇ ਹੈਗੇ ਆ, ਇਹ ਪਿੱਛੋਂ ਇੱਧਰੋਂ ਆ ਰਹੀ ਹੈਗੀ ਆ। ਮਾਡਲ ਟਾਊਨ ਦੇ ਵਿੱਚ ਵੀ ਪਹਿਲਾਂ ਮਕਾਨ ਢਾਏ ਗਏ ਸੀ, ਉਦੋਂ ਰੌਲਾ ਨਹੀਂ ਪਿਆ। ਪਰ ਆ ਜਿੱਦਾਂ ਢਾਏ ਗਏ, ਤੁਸੀਂ ਇੰਨੀ ਬੇਕਿਰਕੀ ਅੱਜ ਤੱਕ ਕਿਸੇ ਸਰਕਾਰ ਨੇ ਕੀਤੀ ਨਹੀਂ ਹੋਣੀ ਜਿੰਨੀ ਇਹ ਕੀਤੀ ਗਈ ਆ। ਤੇ ਮੇਰਾ ਖਿਆਲ ਆ ਵੀ ਹਿੰਦੁਸਤਾਨ ਪੂਰੇ 'ਚ ਜਾਂ ਪੰਜਾਬ ਦੇ ਵਿੱਚ ਤਾਂ ਹੈ ਹੀ ਪਹਿਲੀ ਵਾਰ ਵੀ ਇੱਕ ਤੁਸੀਂ ਪੂਰਾ ਪਿੰਡ ਦਾ ਤੁਸੀਂ ਹੋਂਦ ਹੀ ਮਿਟਾ ਦਿਓ, ਜਾਣੀ ਕਿ ਸਾਰਾ ਕੁਛ ਮਾਲ ਰਿਕਾਰਡ ਦੇ ਵਿੱਚ ਇਹਦਾ ਨਾਂ ਹੈਗਾ। ਜਿਹੜਾ ਇੰਪਰੂਵਮੈਂਟ ਟਰਸਟ ਹੈ ਉਹ ਉਦੋਂ ਬਾਅਦ ਬਣਦਾ ਹੈਗਾ, 1972 'ਚ ਬਣਦਾ। ਇਹ ਪਹਿਲਾਂ ਪਿੰਡ ਵਸਿਆ ਹੋਇਆ, ਜਿਹੜੇ ਫਿਰ ਇਹ ਸਿਰਫ 60 ਫੁੱਟ ਦੀ ਰੋਡ ਬਣੀ ਹੋਈ ਹੈ, ਤੇ 60 ਫੁੱਟ ਦੇ ਜੇ ਕਹਿ ਲਓ ਇਹ ਕਬਜ਼ਾ ਸੀ, ਪਰ ਬਾਕੀ ਲੋਕਾਂ ਦਾ ਕੀ ਕਸੂਰ ਸੀ? ਕੋਈ ਜਵਾਬ ਦੇ ਹੈ ਹੀ ਨਹੀਂ। ਜਿਹੜੇ ਅਫਸਰਾਂ ਨੇ, ਜਾਂ ਹੁਣ ਦੇਖੋ ਤੁਸੀਂ ਕਿਸੇ ਅਫਸਰ ਦੇ ਕੋਲ ਕੋਈ ਲਿਸਟ ਨਹੀਂ ਅੱਜ ਦੀ ਤਰੀਕ ਤੱਕ ਵੀ ਆਹ ਘਰ ਅਸੀਂ ਢਾਉਣੇ ਸੀ। ਇੱਥੇ ਦੇ ਲੋਕ ਇਹੋ ਹੀ ਦੁਹਾਈ ਪਾਉਂਦੇ ਰਹੇ ਵੀ ਸਾਨੂੰ ਨਿਸ਼ਾਨਦੇਹੀ ਕਰ ਦਿਓ ਵੀ ਕਿਹੜੇ ਢਾਉਣੇ ਘਰ। ਇਦਾਂ ਦੀ ਕੋਈ ਇਹਨਾਂ ਕੋਲ ਲਿਸਟ ਨਹੀਂ। ਢਾਉਣ ਤੋਂ ਬਾਅਦ ਵੀ ਕੋਈ ਰੋਕ ਲਿਸਟ ਨਹੀਂ। ਨਾ ਦੇਖੋ, ਐਸਸੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਆਇਆ ਸੀ ਵਿਜੇ ਸਾਂਪਲੇ ਹੁਣੀ, ਉਹਨੇ ਉਦੋਂ ਉੱਦਣ ਮੰਗਿਆ। ਸਾਰੇ ਅਫਸਰ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਸੀ ਵੀ ਕੀ ਉਹਨਾਂ ਨੇ ਆ 10 ਜਨਵਰੀ ਨੂੰ ਸੱਦਿਆ ਸੀ, ਤਲਬ ਕੀਤਾ ਸੀ ਉੱਥੇ ਦਿੱਲੀ, ਉੱਥੇ ਰਿਕਾਰਡ ਪੇਸ਼ ਕੀਤੇ, ਤਦ ਵੀ ਉਹਨਾਂ ਦੀ ਤਸੱਲੀ ਨਹੀਂ ਹੋਈ। ਹੁਣ ਮੁੜ ਕੇ ਮਾਰਚ ਦੇ ਵਿੱਚ ਫਿਰ ਉਹਨਾਂ ਨੂੰ ਕਿਹਾ ਹੋਇਆ ਵੀ ਜਿਹੜੇ ਘਰ ਢਾਏ ਆ ਉਹਨਾਂ ਦੀ ਪੂਰੀ ਤਫਸੀਲ ਦੱਸੋ, ਵੀ ਇਹ ਦੱਸੋ ਵੀ ਨਜਾਇਜ਼ ਕਿਹੜੇ ਸੀ, ਤੇ ਜਿਹੜੇ ਤੁਸੀਂ ਉੱਦਾਂ ਹੀ ਢਾਤੇ ਆ ਉਹਨਾਂ ਦਾ ਕੀ ਕਸੂਰ ਸੀ, ਜਾਂ ਉਹਨਾਂ ਨੂੰ ਹੁਣ ਤੁਸੀਂ ਦੇ ਕੀ ਰਹੇ ਜਾਣੀ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਤੋਂ ਪਹਿਲਾਂ ਮੈਂ ਹਮੀਰ ਸਿੰਘ ਭਾਜੀ ਕੋਲ ਜਾਵਾਂ, ਇੱਕ ਪਾਸੇ ਚੌ ਪਾਸੇ ਘੁਮਾ ਕੇ ਦਿਖਾ ਦੇਵੇ ਕਿ ਅਸੀਂ ਉਸ ਥਾਂ 'ਤੇ ਹੀ ਬੈਠੇ ਹਾਂ ਜਿੱਥੇ ਕਦੇ ਘੁੱਗ ਵੱਸਦਾ ਪਿੰਡ ਲਤੀਫਪੁਰਾ ਸੀਗਾ। ਇਸ ਪਿੰਡ ਨੂੰ ਇੱਟਾਂ ਦੇ ਢੇਰ 'ਚ ਬਦਲਿਆ। ਇਹ ਸਾਡੀਆਂ ਲੋਕ ਪੱਖੀ ਸਰਕਾਰਾਂ ਨੇ, ਜਿਹੜੀਆਂ ਕਹਿੰਦੀਆਂ ਸੀ ਲੋਕਾਂ ਲਈ ਆ, ਜਿਹੜੀਆਂ ਕਹਿੰਦੀਆਂ ਸੀ ਲੋਕ ਹਿੱਤ ਲਈ ਕੰਮ ਕਰਦੇ ਆ। ਚੌਂ ਪਾਸੇ ਤੁਹਾਨੂੰ ਇੱਟਾਂ ਦੇ ਢੇਰ ਹੀ ਨਜ਼ਰ ਆਉਣਗੇ। ਸੋ 35-40 ਪਰਿਵਾਰ ਪਲਾਂ 'ਚ ਉਜਾੜ ਦੇਣੇ, ਤੇ ਫਿਰ ਉਹਦੇ ਪਿੱਛੇ ਇਹ ਕਹਿਣਾ ਕਿ ਇਹ ਤਾਂ ਜੀ ਕਾਨੂੰਨੀ ਸਿਸਟਮ ਸੀਗਾ, ਕਿ ਕਾਨੂੰਨੀ ਹੁਕਮ ਸੀ। ਭਾਜੀ ਕਿੰਨੀਆਂ ਕੁ ਕਾਨੂੰਨੀ ਹੁਕਮਾਂ ਨਾਲ ਚੱਲਦੀਆਂ ਸਰਕਾਰਾਂ, ਕਿੰਨੀਆਂ ਕੁ ਅਦਾਲਤੀ ਹੁਕਮਾਂ ਦੀਆਂ ਪਾਲਣਾ ਕਰਦੀਆਂ, ਤੇ ਇੱਥੇ ਆ ਗਰੀਬਾਂ ਦੇ ਕੋਠੇ ਮਿਲੇ ਸੀ ਢਾਉਣ ਨੂੰ, ਜਿਹੜੇ ਪਹਿਲਾਂ 47 'ਚ ਉੱਜੜ ਕੇ ਆਏ ਤੇ ਹੁਣ 22 'ਚ ਵੀ ਉੱਜੜੇ। ਇਹਦੇ ਪਿੱਛੇ ਕੀ ਇੱਕੋ ਤਰ੍ਹਾਂ ਦੀ ਰਾਜਨੀਤਿਕ ਮਨਸ਼ਾ ਕੰਮ ਕਰਦੀਆਂ ਸਰਕਾਰਾਂ ਦਾ ਕੋਈ ਮਸਲਾ ਨਹੀਂ? ਇਹ 9 ਦਸੰਬਰ ਤੋਂ ਲੈ ਕੇ ਲਗਭਗ ਸਵਾ ਮਹੀਨਾ ਹੋ ਗਿਆ। ਸਵਾ ਮਹੀਨੇ ਦੇ ਵਿੱਚ ਵੀ ਅੱਜ ਕੱਲ੍ਹ ਕੋਈ ਦਿਖਾਈ ਨਹੀਂ ਦਿੰਦਾ ਕੋਈ ਸਿਰਦਰਦੀ ਹੋਵੇ ਕਿਸੇ ਪੋਲੀਟੀਸ਼ੀਅਨ ਨੂੰ, ਕਿਸੇ ਸੱਤਾਧਾਰੀ ਧਿਰ ਨੂੰ। ਉਹਨਾਂ ਨੇ ਕਿਸੇ ਨੇ ਕਿਤੇ ਇਹ ਕਿਹਾ ਕਿ ਤੁਸੀਂ ਜਵਾਕ ਸਾਡੇ ਘਰੇ ਲੈ ਆਓ, ਬਾਕੀ ਕਿਤੇ ਹੋਰ ਰਹਿ ਕੇ ਹਿਊਮਨ ਇੱਕ ਇਨਸਾਨੀ ਹਮਦਰਦੀ ਵੀ ਹੁੰਦੀ ਆ, ਬਾਕੀ ਗੱਲਾਂ ਭੁੱਲ ਜਾਓ ਚਾਹੇ। ਬਿਲਕੁਲ ਇੱਕ ਇਨਸਾਨੀ ਹਮਦਰਦੀ ਦੇ ਤੌਰ ਤੇ ਇਹ ਹੈ, ਅੱਜ ਤੱਕ ਸਰਕਾਰ ਇੱਥੇ ਕੋਈ ਸਾਈਡ ਕੋਈ ਚੀਜ਼ ਇਹੀ ਭਾਂਦੀ ਨਾ ਕਿ ਜਵਾਕ ਕਿਸ ਤਰ੍ਹਾਂ ਰਹਿਣਗੇ। ਸਭ ਤੋਂ ਜ਼ਿਆਦਾ ਸਰਦੀ ਪਈ ਹੈ ਇਸ ਸਮੇਂ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਪਾਵਰ ਦਾ ਨਸ਼ਾ ਇਸ ਹੱਦ ਤੱਕ ਗਲਤਾਨ ਕਰ ਜਾਂਦਾ, ਉਹ ਕਿਸੇ ਵੀ ਹੋਰ ਨਸ਼ੇ ਨਾਲੋਂ ਜ਼ਿਆਦਾ ਖਤਰਨਾਕ ਹੈ। ਔਰ ਜਦੋਂ ਉਹ ਚੜਿਆ ਹੁੰਦਾ ਕਿਸੇ ਬੰਦੇ ਨੂੰ ਨਾ, ਉਦੋਂ ਉਹਨੂੰ ਕੁਝ ਨਹੀਂ ਦਿਖਾਈ ਦਿੰਦਾ, ਕੀੜੇ ਮਕੌੜੇ ਦਿਖਾਈ ਦਿੰਦੇ ਨੇ, ਨਾ ਸੰਵਿਧਾਨ ਨਾ ਕਾਨੂੰਨ। ਉਹ ਕਿਹੜਾ ਕਾਨੂੰਨ ਹੈ? ਉਹ ਕਿਹੜੀ ਅਦਾਲਤ ਕਹਿੰਦੀ ਹੈ ਚੱਕ ਕੇ ਤੇ ਮਲੀਆਂ ਮੇਟ ਕਰ ਦਿਓ? ਇਹ ਜੀ ਕਿਹੜੀ ਅਦਾਲਤ ਹੈ ਜੀ ਜਿਹੜੀ ਇਹ ਕਹਿੰਦੀ ਹੈ ਕਿ ਬੰਦਿਆਂ ਨੂੰ ਬੱਚੇ ਮਾਰ ਦਿਓ, ਸਮਾਨ ਵਿੱਚੇ ਸਾੜ ਦਿਓ, ਜੋ ਮਰਜ਼ੀ ਕਰ ਦਿਓ? ਇਹ ਤਾਂ ਜੰਗ ਵੀ ਦੂਜੇ ਦੇਸ਼ ਨਾਲ ਲੱਗਦੀ ਹੈ, ਉਹਦੇ ਕੋਲ ਨਾਰਮ ਨੇ। ਉਹ ਜੰਗ ਵੀ ਰਾਤ ਨੂੰ ਗੋਲੇ ਸੁੱਟਣ ਤੇ ਪਾਬੰਦੀ ਕਰ ਦਿੰਦੀ ਹੈ। ਉਹ ਜੰਗ ਦੇ ਵਿੱਚ ਵੀ ਸੀਜ਼ ਫਾਇਰ ਹੋ ਸਕਦਾ ਹੁੰਦਾ ਜਦੋਂ ਕੋਈ ਗੱਲ ਹੁੰਦੀ ਹੈ। ਇਹ ਤਾਂ ਦੁਸ਼ਮਣਾਂ ਨਾਲ ਜੰਗ ਤੋਂ ਬਿਹਤਰ ਹੈ
ਕਿ ਲੋਕਾਂ ਦੇ ਤੁਸੀਂ ਦੇਖਦੇ ਦੇਖਦੇ ਘਰ ਢਾਹ ਦਿਓ, ਉਹਨਾਂ ਨੂੰ ਥਾਣੇ ਫੜ ਕੇ ਲੈ ਜਾਓ, ਮੁੜ ਕੇ ਇੱਥੇ ਬਲਡੋਜ਼ਰ ਚਲਾ ਦਿਓ। ਇੱਕ ਐਸਪੀ ਵੀ ਇੱਥੇ ਦੇਖਿਆ ਗਿਆ ਸੀ, ਤੇਜਾ ਉਹਦਾ ਨਾਂ ਸੀ। ਜਦੋਂ ਇੱਕ ਨੌਜਵਾਨ ਮੁੰਡੇ ਨਾਲ ਜਿਸ ਬਦਤਮੀਜ਼ੀ ਨਾਲ ਉਹ ਬੋਲਦਾ ਹੈ, ਉਹ ਅਜੇ ਵੀ ਉਵੇਂ ਹੀ ਹੈ, ਉਹ ਤੇ ਕੋਈ ਕਾਰਵਾਈ ਨਹੀਂ। ਇਹਦਾ ਮਤਲਬ ਸਿਸਟਮ ਮਿਲਿਆ ਹੋਇਆ ਕਿਵੇਂ ਹੈ? ਤੁਸੀਂ ਆਪਣੇ ਹੀ ਲੋਕਾਂ ਨੂੰ ਗਾਲੀ ਗਲੋਚ ਕਰਾ ਕੇ ਉਹਨਾਂ ਤੇ ਤਸ਼ੱਦਦ ਕਰਕੇ ਖੁਸ਼ ਹੁੰਦੇ ਹੋ। ਜਿਵੇਂ ਨਾਰਮਲੀ ਹਿੰਦੀ ਫਿਲਮਾਂ 'ਚ ਹੁੰਦਾ ਨਾ, ਵਿਲਨ ਖੁਸ਼ ਹੁੰਦਾ ਜਦੋਂ ਬੰਦੇ ਤੜਫਦੇ ਨੇ, ਜਦੋਂ ਬੰਦੇ ਅਤਿਆਚਾਰ ਦਾ ਉਹ ਕਰ ਰਹੇ ਨੇ, ਸਾਹਮਣਾ ਕਰ ਰਹੇ ਨੇ, ਤੇ ਉਹਦੇ 'ਚ ਉਹਦਾ ਹਾਸਾ ਨਿਕਲਦਾ ਉਸ ਲੈਵਲ ਦੇ। ਕਿਸੇ ਇਨਸਾਨ ਦਾ ਹਾਸਾ ਨਹੀਂ ਨਿਕਲ ਸਕਦਾ। ਅੱਜ ਵੀ ਅਸੀਂ ਸਵਾ ਮਹੀਨੇ ਬਾਅਦ ਦੇਖਦੇ ਹਾਂ ਜਿਸ ਲੈਵਲ ਦਾ ਇਹ ਮੰਜ਼ਰ ਹੈ ਸਾਡੇ ਸਾਹਮਣੇ ਹੈ, ਔਰ ਬੰਦਿਆਂ ਦੇ ਹੰਝੂ ਨਹੀਂ ਰੁਕਣੇ ਚਾਹੀਦੇ। ਜਿਹੜੇ ਵੀ ਬੰਦੇ ਆਏ ਨੇ ਉਹਨੂੰ ਨੀਂਦ ਨਹੀਂ ਆਉਣੀ ਚਾਹੀਦੀ ਰਾਤ ਨੂੰ। ਜੇ ਉਹ ਮਾੜਾ ਜਿਹਾ ਲਾ ਕੇ ਦੇਖ ਲੇ ਕਿ ਮੇਰਾ ਜਵਾਕ ਚੀਫ ਮਿਨਿਸਟਰ ਦੇ ਉੱਥੇ ਲੋਹੜੀਆਂ ਮਨਾਈਆਂ ਜਾ ਰਹੀਆਂ ਨੇ, ਸੋਨਾ ਪਾਪਾ ਘੁੰਮਦੇ ਨੇ ਤੁਹਾਡੇ ਪਰਿਵਾਰ ਦੇ ਮੈਂਬਰ, ਤੇ ਤੁਸੀਂ ਤਾੜੀਆਂ ਮਾਰ ਜਸ਼ਨ ਮਨਾ ਰਹੇ ਹੋ, ਲੋਹੜੀ ਕਦੇ ਇੱਥੇ ਵੀ ਦੇਖ ਲੈਂਦੇ। ਇੱਥੋਂ ਦੀ ਲੋਹੜੀ ਦਾ ਕੀ ਬਣਿਆ ਹੋਣਾ ਲੋਕਾਂ ਦਾ? ਇਹ ਸਾਰੀਆਂ ਚੀਜ਼ਾਂ ਦੇਖਣ ਦਾ ਜਿਹੜਾ ਕੁਐਸਚਨ ਹੈ, ਸਵਾਲ ਕੇਵਲ ਇਹ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਕਿਸੇ ਕੋਰਟ ਦਾ ਤੁਹਾਡੇ ਕੋਲ ਢਾਉਣ ਦਾ ਆਰਡਰ ਹੈ, ਔਰ ਜਦੋਂ ਸਰਕਾਰਾਂ ਨਾ ਕਰਨਾ ਚਾਹੁਣ ਨਾ, ਜਦੋਂ ਸਰਕਾਰ ਲੋਕ ਨਾਲ ਖੜ ਜੇ ਵੀ ਮੈਂ ਲੋਕਾਂ ਨਾਲ ਆ, ਮੈਂ ਨਹੀਂ ਢਾਊਂਗਾ, ਉਹੀ ਗਵਰਨਮੈਂਟ ਦਾ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਤੁਹਾਡੇ ਸਾਹਮਣੇ ਆਰਡਰ ਆਇਆ ਹਲਦਵਾਨੀ ਦਾ ਉਹਨਾਂ ਨੂੰ ਐਂ ਕਿਹਾ ਵੀ ਇੰਨਾ ਚਿਰ ਦੇ ਬਣੇ ਹੋਏ ਘਰ ਐਵੇਂ ਢਾ ਦੋਗੇ ਤੁਸੀਂ, ਲੋਕਾਂ ਨੂੰ ਰਾਤੋਂ ਰਾਤ ਬੇਕਾਰ ਕਰ ਦਿਓਗੇ। ਫਿਰ ਬਹੁਤ ਜ਼ਿਆਦਾ ਸਾਡੇ ਦੇਸ਼ 'ਚ ਇਹੋ ਜਿਹਾ ਇੱਕ ਰਿਵਾਜ ਚੱਲਿਆ, ਮਾਮਲਾ ਕ੍ਰਾਈਮ ਕੋਈ ਹੋਰ ਸੀ, ਬਲਡੋਜ਼ਰ ਚਲਾ ਦੋ ਉਹਦੇ ਘਰ ਤੇ ਜਾ ਕੇ, ਇੱਕ ਖਾਸ ਤਬਕੇ ਦੇ, ਇੱਕ ਖਾਸ ਵਰਗ ਦੇ ਕਿਤੇ ਜਾ ਕੇ, ਔਰ ਉਹ ਚੀਜ਼ਾਂ ਸਾਡੇ ਸਾਹਮਣੇ ਆਈਆਂ ਨੇ। ਉਹ ਕੀ ਕਰਦੀਆਂ ਨੇ? ਉਹ ਇਹ ਕਹਿੰਦੀਆਂ ਨੇ ਕਿ ਜ਼ੁਬਾਨ ਬੰਦ ਕਰ ਦਿਓ, ਕੋਈ ਬੰਦਾ ਬੋਲੇ ਨਾ, ਔਰ ਜੇਕਰ ਕੋਈ ਬੋਲਦਾ ਤਾਂ ਸਾਡੇ ਕੋਲ ਬਲਡੋਜ਼ਰ ਹੈ, ਤੇ ਸਾਡੇ ਕੋਲ ਕੋਈ ਨਹੀਂ, ਟੋਟਲ ਅਫਸਰਸ਼ਾਹੀ ਤੇ ਟੋਟਲ ਇਨਸਾਨੀਅਤ ਕਿਤੇ ਹੈ। ਔਰ ਜੇਕਰ ਜਿਹੜੇ ਇਹ ਚਲਾਏ ਗਏ ਨੇ, ਇਹ ਕਿਸ ਹੁਕਮ ਦੇ, ਹੁਕਮ ਕਿਹਨੇ ਦਿੱਤਾ ਇਹਦਾ ਲਿਖਤੀ ਤੌਰ ਤੇ, ਔਰ ਜਿਹਨੇ ਵੀ ਹੁਕਮ ਦਿੱਤਾ ਉੱਤੇ ਕ੍ਰਿਮੀਨਲ ਪਰਚਾ ਦਰਜ ਹੋਣਾ ਚਾਹੀਦਾ। ਕ੍ਰਿਮੀਨਲ ਪਰਚਾ ਦਰਜ ਹੋਣਾ ਚਾਹੀਦਾ ਕਿ ਤੁਸੀਂ ਇਨਸਾਨੀ ਚੀਜ਼ਾਂ ਤੇ ਜਿੰਨੀ ਬਰਬਾਦੀ ਹੋਈ ਹੈ, ਇਸ ਬਰਬਾਦੀ ਦੀ ਭਰਪਾਈ ਉਹਦੀ ਪ੍ਰਾਪਰਟੀ ਅਟੈਚ ਕਰਕੇ ਕਿਉਂ ਨਹੀਂ ਹੋਣੀ ਚਾਹੀਦੀ? ਔਰ ਤੁਸੀਂ ਕੀ ਅਲਟਰਨੇਟ ਦੇ ਰਹੇ ਹੋ ਲੋਕਾਂ ਨੂੰ ਇਸ ਲੈਵਲ ਤੇ? ਕਈ ਮਾਮਲੇ 'ਚ ਜਿਵੇਂ ਚੰਡੀਗੜ੍ਹ ਵੀ ਕਈ ਵਾਰ ਵਾਪਰਦਾ ਜਾ, ਔਰ ਤੁਸੀਂ ਬਾਹਰੋਂ ਆ ਕੇ ਸਾਡੇ ਲੋਕ ਵੱਸਦੇ ਨੇ ਜਿਹੜੇ ਨਾਨ ਪੰਜਾਬੀ ਵੀ ਹੁੰਦੇ ਨੇ, ਉਹਦੇ 'ਚ ਤੁਸੀਂ ਕੀ ਕਰਦੇ ਹੋ? ਪਹਿਲਾਂ ਫਲੈਟ ਬਣਾਉਂਦੇ ਹੋ, ਪਹਿਲਾਂ ਚੀਜ਼ਾਂ ਬਣਾਉਂਦੇ ਹੋ, ਉਹਨੂੰ ਚਾਬੀ ਦਿੰਦੇ ਹੋ, ਫੰਕਸ਼ਨ ਕਰਕੇ ਚਾਬੀਆਂ ਦਿੰਦੇ ਹੋ, ਉਦੋਂ ਬਾਅਦ ਜਾ ਕੇ ਕਹਿੰਦੇ ਹੋ ਵੀ ਤੁਸੀਂ ਆਪਦਾ ਸਮਾਨ ਸ਼ਿਫਟ ਕਰ ਲਓ, ਹੁਣ ਅਸੀਂ ਇੱਥੇ ਕੁਝ ਹੋਰ ਕਰਨਾ ਚਾਹੁੰਦੇ ਹਾਂ। ਔਰ ਅਸਲ 'ਚ ਸਾਡੇ ਬੰਦੇ ਦੀ ਕੀਮਤ ਜਿਹੜੀ ਮਾਰਕੀਟ ਇਕਨੋਮੀ ਹੈ, ਮੰਡੀ ਦਾ ਤੰਤਰ ਹੈ, ਉੱਥੇ ਪੈਸਾ ਜਿਹੜਾ ਹੈ ਉਹ ਬੰਦੇ ਤੋਂ ਜ਼ਿਆਦਾ ਅਹਿਮੀਅਤ ਅਖਤਿਆਰ ਕਰ ਗਿਆ। ਔਰ ਪੈਸੇ ਦੇ ਰੂਪ 'ਚ ਤੁਹਾਨੂੰ ਇਹ ਜਗ੍ਹਾ ਨਜ਼ਰ ਆਉਂਦੀ ਹੈ ਕਿ ਇਹ ਜਿਹੜੀ ਜਗ੍ਹਾ ਹੈ ਇਹ ਖਰੀਦਾਂਗੇ, ਖਰੀਦ ਕੇ ਫਿਰ ਕੌਣ ਕਰੂਗਾ? ਫਿਰ ਇੱਥੇ ਕੋਈ ਮਾਲ ਬਣੂਗੀ, ਕੋਈ ਵੱਡਾ ਸਾਰਾ ਹੋਰ ਬਿਲਡਿੰਗ ਬਣੇਗੀ, ਉਹ ਬਿਲਡਿੰਗ ਦੇ ਵਿੱਚ ਸਾਡੀ ਹਿੱਸੇਦਾਰੀ ਹੋਏਗੀ, ਔਰ ਉਹ ਹਿੱਸੇਦਾਰੀ ਦੇ ਵਿੱਚੋਂ ਅਸੀਂ ਆਪਣੀਆਂ ਕਿਤੇ ਹੋਰ ਆਲੀਸ਼ਾਨ ਬਿਲਡਿੰਗਾਂ ਬਣਾਵਾਂਗੇ। ਆਮ ਸਧਾਰਨ ਲੋਕਾਂ ਨੂੰ ਮਾਰ ਦੋ। ਉਹ ਕਹਿੰਦੇ ਨੇ ਵੀ ਇਹ ਪੌਸ ਏਰੀਆ ਜੀ ਆਲੇ ਦੁਆਲੇ ਤਾਂ ਬਹੁਤ ਵੱਡੇ ਅਮੀਰ ਲੋਕ ਰਹਿੰਦੇ ਨੇ, ਆ ਛੋਟੇ ਛੋਟੇ ਘਰਾਂ ਵਾਲੇ ਵਿੱਚ ਕੀ ਕਰਦੇ ਨੇ? ਇਹ ਕੱਢੋ ਇਹਨਾਂ ਨੂੰ ਕੱਢਣਾ ਚਾਹੀਦਾ ਕਿਤੇ ਨਾ ਕਿਤੇ ਬਾਹਰ, ਇਹਨਾਂ ਨੂੰ ਬਾਹਰ ਕਿਤੇ ਹੋਰ ਕਰ ਦਿਓ ਜਿੱਥੇ ਵੀ ਰਹਿੰਦੇ ਨੇ। ਇਹ ਰੋਜੀ ਰੋਟੀ ਕਿਉਂ ਕਮਾਉਂਦੇ ਨੇ? ਇਹ ਇੱਕ ਐਂਗਲ ਹੈ ਉਸ ਪੱਧਰ ਦੇ। ਔਰ ਮੈਨੂੰ ਇਹ ਵੀ ਸਮਝ ਨਹੀਂ ਆਈ ਕਿ ਜਿਹੜੇ ਪੌਸ ਘਰਾਂ ਦੇ ਆਲੇ ਦੁਆਲੇ ਪੂਰੇ ਜਲੰਧਰ ਸ਼ਹਿਰ ਦੇ ਲੋਕ ਨੇ, ਉਹ ਕਿਉਂ ਨਹੀਂ ਨਿਕਲੇ? ਉਹਨਾਂ ਨੂੰ ਵੀ ਨਿਕਲਣਾ ਚਾਹੀਦਾ ਹੈ। ਔਰ ਉਹ ਸਵਾਲ ਇਹ ਨਹੀਂ ਹੁੰਦਾ, ਗੱਲ ਸਹੇ ਦੀ ਨਹੀਂ ਹੁੰਦੀ, ਗੱਲ ਪੈਸੇ ਦੀ ਹੁੰਦੀ ਹੈ। ਜਦੋਂ ਖੂਨ ਮੂੰਹ ਨੂੰ ਲੱਗ ਜੇ ਹੁਕਮਰਾਨ ਦੇ, ਤਾਂ ਉਹ ਰਾਤ ਨੂੰ ਖੂਨ ਨਾਲ ਦੁਬਾਰਾ ਉਹਨੂੰ ਮਤਲਬ ਅਜਾਸੀ ਕਰਨ ਦਾ ਮਨ ਕਰਦਾ, ਬਾਰ-ਬਾਰ ਕਰਦਾ। ਉਹ ਇੱਕ ਜਗ੍ਹਾ ਦਾ ਸਵਾਲ ਨਹੀਂ ਹੁੰਦਾ, ਔਰ ਕਈ ਜਗ੍ਹਾ ਬਾਰ-ਬਾਰ ਫਿਰ ਇੱਕ ਲਲਕ ਲੱਗ ਜਾਂਦੀ ਹੈ। ਉਹਨੂੰ ਰੋਕਣ ਲਈ ਜ਼ਰੂਰੀ ਹੁੰਦਾ ਕਿ ਤੁਸੀਂ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਪਹਿਲੇ ਵਾਲੇ ਨੂੰ ਰੋਕ ਦਿਓ ਕਿਸੇ ਨਾ ਕਿਸੇ ਤਰੀਕੇ। ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ। ਆਹੀ ਸਵਾਲ ਹੈ ਨੌਲੀ ਭਾਜੀ, ਤੁਸੀਂ ਲੋਕਲ ਰਹਿ ਕੇ ਪੱਤਰਕਾਰੀ ਕਰ ਰਹੇ ਹੋ, ਸਾਰੀ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਸਮਝਦੇ ਹੋ। ਜੇ ਮੌਜੂਦਾ ਸਰਕਾਰ ਲੋਹੜੀਆਂ ਮਨਾਉਣ 'ਚ ਬਿਜੀ ਆ, ਤਾਂ ਪਿਛਲੀਆਂ ਸਰਕਾਰਾਂ ਦੇ ਪੁਰਾਣੀਆਂ ਨੁਮਾਇੰਦੇ ਉਹ ਕਿੱਥੇ ਨੇ? ਕੀ ਐਮਐਲਏ, ਸਾਬਕਾ ਐਮਐਲਏ, ਕੀ ਅਕਾਲੀ, ਕੀ ਕਾਂਗਰਸੀ, ਕੀ ਹੋਰ ਪਾਰਟੀ ਦਾ ਕੋਈ ਨੁਮਾਇੰਦਾ ਬੋੜਿਆ ਇਹਨਾਂ ਦੇ ਹੱਕ ਦੇ ਵਿੱਚ? ਦੂਸਰਾ ਜਿਹੜੀ ਗੱਲ ਹਮੀਰ ਭਾਜੀ ਕਹਿੰਦੇ ਨੇ ਕਿ ਕੱਲ ਨੂੰ ਦੂਏ ਘਰਾਂ ਤੱਕ ਵੀ ਆ ਸਕਦਾ ਹੈ, ਕੀ ਆਲੇ ਦੁਆਲੇ ਦੇ ਲੋਕ ਬੋਲੇ ਇਹਨਾਂ ਦੇ ਹੱਕ 'ਚ? ਦੀਪਕ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈਰਾਨੀ ਦੀ ਹੁੰਦੀ ਹੈ ਵੀ ਚਲੋ ਮੈਂ ਕਹਿੰਦਾ ਇਸ ਸਰਕਾਰ ਦਾ ਕੋਈ ਕਸੂਰ ਨਹੀਂ ਹੈਗਾ, ਇਹਨੂੰ 10 ਮਹੀਨੇ ਬਣੀ ਨੂੰ ਹੋ ਗਏ, ਮਾਮਲਾ ਪਹਿਲਾਂ ਦਾ ਚੱਲਦਾ। ਇਹਦਾ ਮਤਲਬ ਇਹ ਦੱਸਣ 'ਚ ਵੀ ਨਾਕਾਮ ਰਹੇ ਵੀ ਦੱਸ ਹੀ ਨਹੀਂ ਸਕੇ ਵੀ ਭਾਈ ਪਿਛਲੀਆਂ ਸਰਕਾਰਾਂ ਕਰਦੀਆਂ ਕੀ ਰਹੀਆਂ ਤੁਹਾਡੇ ਨਾਲ, ਜਿਹੜੀਆਂ ਵੀ ਹੁਣ ਜਦੋਂ ਤੁਸੀਂ ਵਿਰੋਧੀ ਧਿਰ 'ਚ ਹੁੰਦੇ ਆ। ਇੱਥੇ ਪਹਿਲੇ ਦਿਨ ਆਏ ਸੀ ਸਾਰੀਆਂ ਤਰ੍ਹਾਂ ਦੇ ਲੋਕ, ਮੁੜ ਕੇ ਕੋਈ ਨਹੀਂ ਆਇਆ, ਜਾਣੀ ਕਿ ਕੋਈ ਵੀ ਨਹੀਂ ਆਇਆ, ਤੇ ਕਿਸੇ ਦੀ ਵੀ ਸਟੇਟਮੈਂਟ ਇਦਾਂ ਦੀ ਨਹੀਂ ਆਈ ਵੀ ਅਸੀਂ ਇਹਨਾਂ ਦੇ ਹੱਕ 'ਚ ਕਰਾਂਗੇ ਕੀ। ਬਸ ਆ ਤੁਸੀਂ ਦੇਖੋ ਵੀ ਸਵਾ ਮਹੀਨਾ ਹੋ ਗਿਆ ਉਹ ਜੜਿਆਂ ਨੂੰ, ਇਹਨਾਂ ਨੂੰ ਮਲਬੇ ਤੋਂ ਕੋਈ ਬੈਠਦਾ ਹੁੰਦਾ, ਕਿਉਂ ਨਹੀਂ ਛੱਡ ਕੇ ਜਾਂਦੇ? ਜਾਣੀ ਕਿ ਕਿਉਂਕਿ ਤੁਹਾਡਾ ਮਿੱਟੀ ਨਾਲ ਮੋਹ ਹੁੰਦਾ, ਜਾਣੀ ਕਿ ਤੁਹਾਡੀ ਇਹ 'ਚ ਮਿਹਨਤ ਲੱਗੀ ਹੁੰਦੀ ਆ, ਤੁਹਾਡੀ ਹੱਕ ਹਲਾਲ ਦੀ ਕਮਾਈ ਲੱਗੀ ਹੋਈ ਆ। ਪਹਿਲਾਂ ਦੇਖੋ ਉਜੜ ਕੇ ਆਏ ਉੱਥੋਂ, ਕਿੰਨਾ ਮੁਸ਼ਕਲ। ਸਿਰਫ ਜ਼ਿੰਦਗੀ 'ਚ ਮੈਂ ਕਹਿੰਦਾ ਵੀ ਜਿਹੜਾ ਬੰਦਾ ਸਧਾਰਨ ਆ
ਉਹਦੇ ਕੋਲ ਸਿਰਫ ਜੇ ਉਹ ਜਿੰਨੀ ਮਰਜ਼ੀ ਕਮਾਈ ਕਰੇ, ਸਾਰਾ ਟੱਬਰ ਵੀ ਲੱਗਾ ਰਹੇ, ਇੱਕੋ ਵਾਰੇ ਬਣਦਾ ਇੱਕੋ ਵਾਰੀ ਘਰ ਬਣਦਾ। ਬਿਲਕੁਲ। ਤੇ ਇਹ 2 ਵਾਰੀ ਉਜੜੇ ਆ, ਜਾਣੀ ਕਿ ਆ ਦੂਜੀ ਵਾਰੀ ਤਾਂ ਜਿਹੜੀ ਆਜ਼ਾਦੀ ਆਪਾਂ ਕਹਿੰਦੇ ਸੀ ਨਾ, ਚਾਹੁੰਦੇ ਸੀ, ਇਹ ਉਸ ਆਜ਼ਾਦ ਭਾਰਤ ਵਿੱਚ ਇਹਨਾਂ ਨੂੰ ਉਜਾੜਿਆ ਗਿਆ। ਏਡੀ ਬੇਸ਼ਰਮੀ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਨਹੀਂ ਦਿਖਾਈ। ਹੁਣ ਜੇ ਆਪਾਂ ਕਹੋਗੇ ਇਹਦੇ ਤੇ ਤਾਂ ਚਲੋ ਪੈਸੇ ਲੱਗਣਗੇ, ਉਹ ਤੇਜੇ ਤੇ ਕੀ ਲੱਗਣਾ? ਹਾਂ, ਉਸ ਅਫਸਰ ਤੇ ਤਾਂ ਤੁਹਾਡਾ ਕੋਈ ਪੈਸੇ ਨਹੀਂ ਲੱਗਣਾ, ਜਿਹੜਾ ਤੁਹਾਡਾ ਐਡੀ ਬਦਤਮੀਜ਼ ਨਾਲ ਤੁਸੀਂ ਇੱਕ ਸੰਕੇਤ ਤਾਂ ਦਿਓ। ਜਿੱਦਾਂ ਤੁਸੀਂ ਇੱਥੇ ਪੀਸੀਐਸ ਅਫਸਰਾਂ ਨੂੰ ਦਬਕਾ ਮਾਰ ਕੇ ਕਿਹਾ ਵੀ ਭਾਈ ਕੰਮ ਤੇ ਆ ਜਾਓ, ਉਹਨੂੰ ਵੀ ਤਾਂ ਟੰਗਿਆ ਜਾ ਸਕਦਾ ਸੀ ਭਾਈ ਤੂੰ ਜਿਹੜਾ ਕਿਹੜੇ ਕਾਨੂੰਨ ਤਹਿਤ ਜਾਣੀ ਕਿ ਗਾਲਾਂ ਕੱਢੀਆਂ। ਇੱਥੇ ਉਹ ਬਜ਼ੁਰਗ ਫਿਰਦੇ ਜਿਨ੍ਹਾਂ ਦਾ ਪਰਿਵਾਰ ਉਹ ਹਜੇ ਵੀ ਡਰੇ ਹੋਏ ਆ ਬਈ ਸਾਨੂੰ ਹੋਰ ਕੇਸ ਨਾ ਫਸਾ ਦੇਣ ਕਿਤੇ। ਤੁਸੀਂ ਦੇਖੋ ਦਹਿਸ਼ਤ ਇਹਨਾਂ ਦੀ। ਇਹ ਦਹਿਸ਼ਤ ਦੇ ਵਿੱਚੋਂ ਹੀ ਮੈਂ ਜਾਣਨਾ ਚਾਹੁੰਦਾ ਬਾਈ ਜੀ ਕਿ ਹੁਣ ਜਦੋਂ ਆਪਾਂ ਇਸ ਮਲਬੇ ਦੇ ਉੱਤੇ ਹੀ ਆਪਣੀ ਪਹਿਰੇਦਾਰੀ ਕਰ ਰਹੇ ਹਾਂ, ਕਿਤੇ ਹੁਣ ਇਹ ਵੀ ਨਾ ਸਾਤੋਂ ਖੋਲਿਆ ਜਾਵੇ। ਕੀ ਮਨ ਕਰਦਾ ਕਿ ਕਿਉਂ ਨਾ ਜਦੋਂ ਆਉਣਗੇ ਦੁਬਾਰਾ ਆ ਜਾਣ, ਹੁਣ ਆਪਾਂ ਇਹਨਾਂ ਇੱਟਾਂ ਨੂੰ ਚਿਣਨੀਆਂ ਸ਼ੁਰੂ ਕਰੀਏ, ਆਪਾਂ ਨੀਹਾਂ ਭਰਨੀਆਂ ਸ਼ੁਰੂ ਕਰੀਏ, ਦੁਬਾਰਾ ਮਕਾਨ ਉਸਾਰਨੇ ਸ਼ੁਰੂ ਕਰ ਦਈਏ? ਨਹੀਂ, ਅਸੀਂ ਤੇ ਦੇਖੋ ਜੀ, ਘਰ ਜਦੋਂ ਇਹਨਾਂ ਨੇ ਢਾਹ ਤੇ ਇਹ ਤੇ ਮਲਬਾ ਉਦੋਂ ਚੁੱਕਣ ਲੱਗ ਪਏ ਸੀ। ਟਰੱਸਟ ਵਾਲੇ ਨੇ 20 ਗੱਡੀਆਂ ਲਾ ਕੇ ਤੇ ਮਲਬਾ ਉਦੋਂ ਚੁੱਕਣ ਲੱਗ ਪਏ ਸੀ। ਪਰਲੇ ਪਾਸੋਂ ਇੱਟਾਂ ਚੁੱਕ ਕੇ ਲੈ ਗਏ। ਉਹ ਪਤਾ ਨਹੀਂ ਜਗਤਾਰ ਸਿੰਘੇੜੇ ਦੀ ਕੋਠੀ ਬਣਾਉਣੀ ਕਿ ਡੀਸੀ ਦੀ ਕੋਠੀ ਬਣਾਉਣੀ ਕਿ ਭਗਵੰਤ ਮਾਨ ਦੀ ਕੋਠੀ ਬਣਾਉਣੀ ਸੀ। ਇਹਨਾਂ ਦਾ ਪਤਾ ਕਿਸੇ ਦਾ ਜੀ ਵੀ ਕਿ ਇੱਥੋਂ ਚੁੱਕਣਾ। ਮੈਂ ਜਦੋਂ ਮੇਰੇ ਘਰ ਦੇ ਮੋਹਰੇ ਉਹ ਟਰੱਸਟ ਵਾਲੇ ਨਾਲ ਹੋਈ ਗੱਲ, ਜਦੋਂ ਉਹਨੇ ਕਿਹਾ ਕਿ ਮਸ਼ੀਨਾਂ ਖਰਾਬ ਹੋਈਆਂ, ਮੈਨੂੰ ਉਹ ਪਤਾ ਨਹੀਂ, ਜੇ ਉਹ ਸਾਹਮਣੇ ਆਇਆ ਤਾਂ ਮੈਂ ਉਹਨੂੰ ਪਛਾਣ ਸਕਦਾ। ਕਹਿੰਦਾ ਕੀ ਪਾਇਆ ਸੀ? ਮੈਂ ਕਿਹਾ ਮੇਰੇ ਖੂਨ ਪਸੀਨੇ ਦੀ ਕਮਾਈ ਹੈ, ਪਹਿਲੀ ਵਾਰੀ ਘਰ ਬਣਾਇਆ ਸੀ ਤੇ ਪਹਿਲੀ ਵਾਰੀ ਟੁੱਟਦਾ ਵੇਖ ਲਿਆ। ਮੇਰਾ ਤਾਂ ਇਹ ਕਰਜ਼ਾ ਵੀ ਨਹੀਂ ਉਤਰਿਆ ਤੇ ਮੇਰਾ ਉਹ ਸਮਾਨ ਵੀ ਵਿੱਚੇ ਰਹਿ ਗਿਆ। ਕਿਉਂਕਿ ਸਾਨੂੰ ਜਦੋਂ ਸਵੇਰੇ ਪੁਲਿਸ ਫੜ ਕੇ ਲੱਗੀ, ਮੇਰਾ ਇੱਕੋ ਮੁੰਡਾ ਇੱਥੇ ਰਹਿ ਗਿਆ। ਕੁਝ ਆਂਢ ਗੁਆਂਢ ਨੇ ਜਿੰਨਾ ਕਿ ਥੋੜ੍ਹਾ ਬਹੁਤ ਨਿਕਲ ਨਿਕਲਿਆ, ਬਾਕੀ ਵਿੱਚੇ ਹੀ ਟੁੱਟਿਆ। ਅਜੇ ਬੈੱਡ ਵੀ ਟੁੱਟੇ ਪਏ ਨੇ ਇੱਥੇ, ਕਈ ਸਮਾਨ ਹੀ ਸੋਫੇ ਅਸੀਂ ਬਾਲ ਚੁੱਕੇ ਹਾਂ। ਪੋਤੇ ਦੀ ਪਹਿਲੀ ਲੋਹੜੀ ਵੀ ਇੱਥੇ ਸੀ। ਹਾਂਜੀ, ਉਹ ਥੋੜਾ 5-6 ਮਹੀਨੇ ਦਾ ਨਹੀਂ ਜੀ, ਕੱਲ 14 ਸੀ, 4 ਮਹੀਨੇ ਦਾ ਹੋਇਆ ਜੀ। 4 ਮਹੀਨੇ ਦਾ। ਹਾਂਜੀ। ਤੇ ਉਹ ਦੱਸਿਆ ਸੀ, ਮੈਂ ਜਗਤਾਰ ਸਿੰਘੇੜੇ ਨੂੰ ਵੀ ਦੱਸਿਆ ਸੀ, ਡੀਸੀ ਨੂੰ ਵੀ ਦੱਸਿਆ ਵੀ ਸਾਡੇ ਕੋਲ ਛੱਤਾਂ ਹੈ ਨਹੀਂ ਤਾਂ ਕੋਈ ਬੰਦਾ ਕਹੂਗਾ ਵੀ ਸਾਡੀ ਇਨਕੁਆਇਰੀ ਕਰਾ ਲਾ। ਕੋਈ ਮਾਈ ਦਾ ਦਲ ਕਹੇ ਵੀ ਮੈਂ ਕਹਿੰਦਾ ਵੀ ਮੇਰੀ ਇਨਕੁਆਇਰੀ ਕਰਾ। ਅਸੀਂ ਉਹਨੂੰ ਖੁਦ ਕਿਹਾ ਵੀ ਸਾਡੀ CBI ਤੋਂ ਜਾਂਚ ਕਰਾ ਲਾ, ਜੇ ਕੋਈ ਮਰਜ਼ੀ ਜਾਂਚ ਕਰਾ ਲਾ, ਸਾਡੇ ਕੋਲ ਛੱਤਾਂ ਨਹੀਂ ਗੀਆਂ। ਫਿਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇਹ ਜਿਸ ਮਹੀਨੇ ਇਹ ਕੰਮ ਕਰ ਰਹੇ ਆ, ਇਹ ਸਾਡੇ ਬਾਜਾਂ ਵਾਲੇ ਪਿਓ ਦੇ ਸ਼ਹੀਦੀ ਆਪਣੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਹੈ। ਠੰਡੇ ਬੁਰਜ 'ਚ ਉਹਨਾਂ ਗੱਡੀਆਂ ਸਾਨੂੰ ਵੀ ਤੁਸੀਂ ਉਸੇ ਲਾਈਨ 'ਚ ਲਿਆ ਤਾ। ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਸਾਡੇ ਸ਼ਹੀਦੀ ਜਿਹੜਾ ਉਹ ਨਿਕਲੇ ਸੜਕਾਂ 'ਤੇ, ਬਾਜਾਂ ਵਾਲੇ ਪਿਓ ਦਾ ਦਿਹਾੜਾ ਨਿਕਲਿਆ ਸੜਕਾਂ 'ਤੇ। ਨਵਾਂ ਸਾਲ ਲੋਕੀ ਖੁਸ਼ੀਆਂ ਭਰਾ ਮਨਾਉਂਦੇ ਆ, ਉਹ ਸਾਡਾ ਸੋਗ ਭਰਾ ਉਹ ਨਿਕਲਿਆ PAP ਦੇ। ਲੋਹੜੀ ਜਿਹੜੀ ਲੋਹੜੀ ਕਾਹਦੀ ਜੀ, ਲੋਹੜਾ ਆ ਗਿਆ। ਅਸੀਂ ਰਮਨ ਅਰੋੜਾ ਦੇ ਘਰ ਵੀ ਜਾ ਕੇ ਲੋਹੜਾ ਬਣਾ ਕੇ ਆਏ ਹਾਂ। ਅਤੇ ਇਹਨਾਂ ਦਾ ਕੋਈ ਵੀ ਸਾਡਾ ਮੌਜੂਦਾ MLA ਪ੍ਰਗਟ ਸਿੰਘ ਸਾਡੇ ਤੱਕ ਉਹ ਨਹੀਂ ਪਹੁੰਚਿਆ। ਇਹ ਹਲਕਾ ਪ੍ਰਗਟ ਸਿੰਘ ਦੇ ਇਲਾਕੇ ਜਾਉਂਦਾ? ਪ੍ਰਗਟ ਸਿੰਘ ਦਾ। ਅਤੇ ਜਿਸ ਦਿਨ ਦਾ ਸੋਢੀ ਨੂੰ ਕਿਹਾ ਕਿ ਸੋਢੀ ਆਇਆ ਵੇਖੋ ਕੋਈ ਮਦਦ, ਮੈਂ ਕਿਹਾ ਵੀ ਭਰਾਵਾ, ਅਤੇ DC ਨੂੰ ਵੀ ਕਹਿ ਚੁੱਕੇ ਹਾਂ ਵੀ ਸ਼ੌਚਾਲਿਆ ਅਤੇ ਡਾਕਟਰ ਅਤੇ ਪਾਣੀ ਦਾ ਇੰਤਜ਼ਾਮ ਕਰਾ ਦੇ। ਉਹ ਸੋਢੀ ਸਾਹਿਬ ਵੀ ਉੱਦਾਂ ਦਾ ਨਹੀਂ ਆਇਆ। ਭਾਜੀ ਮੈਨੂੰ ਪਤਾ ਇੱਥੇ ਕੁਝ ਮਾਵਾਂ ਦੀ ਮੈਂ ਵੀਡੀਓ ਵੀ ਦੇਖ ਰਿਹਾ ਸੀਗਾ, ਉਹ ਮਾਨ ਸਰਕਾਰ ਨੂੰ ਇਹ ਦੁਬਾਰਾ ਅਪੀਲ ਕਰ ਰਹੀਆਂ ਸੀ ਕਿ ਘੱਟੋ ਘੱਟ ਇੱਥੇ ਸਾਡੇ ਲਈ ਪਖਾਨਿਆਂ ਦਾ ਪ੍ਰਬੰਧ ਤਾਂ ਕਰਦੇ। ਸੋ ਇਹ ਉਸੇ ਸਰਕਾਰ ਨੂੰ ਅਸੀਂ ਫਿਰ ਅਪੀਲਾਂ ਕਰਨ ਜੋ ਗਈਆਂ। ਪ੍ਰਸ਼ਾਸਨ ਦੇ ਅੰਦਰ, ਸਰਕਾਰ ਦੇ ਅੰਦਰ ਕੀ ਚੱਲ ਰਿਹਾ ਲੋਕਲ ਲੈਵਲ ਤੇ ਹੁਣ ਲਤੀਫਰ ਨੂੰ ਲੈ ਕੇ? ਦੀਪਕ ਜੀ, ਮਨੁੱਖੀ ਵੀ ਰਿਸ਼ਤਾ ਕੋਈ ਹੁੰਦਾ, ਉਹਦੀ ਕੋਈ ਕੀਮਤਾਂ ਹੁੰਦੀਆਂ ਨੇ। ਤੁਸੀਂ ਘੱਟੋ ਘੱਟ ਜੇ ਉਜਾੜ ਦਿੱਤਾ, ਉਹ 'ਤੇ ਪਛਤਾਵਾ ਨਹੀਂ ਕਰ ਰਿਹਾ ਕੋਈ ਵੀ। ਕਿਸੇ ਕੋਲ ਕੋਈ ਨਿਸ਼ਾਨਦੇਹੀ ਨਹੀਂ ਵੀ ਕਿੰਨੇ ਘਰ ਟਾਉਣੇ ਸੀ। ਜਾਣੀ ਕਿ ਕਾਨੂੰਨ ਉੱਦਾਂ ਜਦੋਂ ਗਰੀਬ ਨੂੰ ਦਿਖਾਉਣਾ ਤੇ ਤੁਹਾਡੇ ਕਾਨੂੰਨ ਅਨੁਸਾਰ ਢਾਇਆ ਜਾ ਰਿਹਾ ਤੇ ਕਾਗਜ਼ ਉਹਨਾਂ ਨੂੰ ਦਿਖਾਏ ਨਹੀਂ ਜਾ ਰਿਹਾ ਵੀ ਜੇ ਢਾਹ ਦਿੱਤੇ ਆ। ਮਨੁੱਖਤਾ ਦੇ ਵਾਸਤੇ ਤੁਸੀਂ ਘੱਟੋ ਘੱਟ ਜੋ ਪੋਹ ਮਹੀਨਾ ਚੱਲਦਾ ਸੀ, ਇੰਨੀ ਠੰਡ ਸੀ, ਜਿੱਦਾਂ ਹਮੀਰ ਸਿੰਘ ਹੁਣੀ ਦੱਸਿਆ ਵੀ ਟੈਂਪਰੇਰੀ ਪ੍ਰਬੰਧ ਕਰ ਦਿਓ, ਤੁਸੀਂ ਟੀਨ ਦੀਆਂ ਛੱਤਾਂ ਪਾ ਦਿਓ। ਇੱਥੇ ਬੱਚੇ ਆ, ਔਰਤਾਂ ਆ, ਉਹਨਾਂ ਨੇ ਕਿੱਥੇ ਜਾਣਾ? ਜਾਣੀ ਕਿ ਪਖਾਨੇ ਤੁਹਾਨੂੰ ਆਰਜੀ ਤੌਰ ਤੇ ਤੁਸੀਂ ਜਦੋਂ ਪੋਲੀਟੀਕਲ ਰੈਲੀਆਂ ਹੁੰਦੀਆਂ ਤੇ ਆਪਣੇ ਤੁਸੀਂ ਉੱਥੇ ਪਖਾਨੇ ਖੜੇ ਕਰ ਦਿੰਦੇ। ਜਾਣੀ ਕਿ ਨਗਰ ਨਿਗਮ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਹੁੰਦਾ ਵੀ ਪੋਲੀਟੀਕਲ ਪਾਰਟੀ ਦੀਆਂ ਰੈਲੀਆਂ, ਸਾਰੇ ਪ੍ਰਬੰਧ ਉੱਥੇ ਹੁੰਦੇ ਆ। ਪਰ ਇੱਥੇ ਜਿਨ੍ਹਾਂ ਲੋਕਾਂ ਦਾ ਕਸੂਰ ਹੀ ਕੋਈ ਨਹੀਂ ਤੇ ਉਲਟਾ ਤੁਸੀਂ ਉਹਨਾਂ ਤੇ ਜ਼ਬਰ ਜ਼ੁਲਮ ਕੀਤਾ ਹੈਗਾ ਤੇ ਘਰ ਢਾਹ ਤੇ ਉਹਨਾਂ ਲਈ ਕੋਈ ਪ੍ਰਬੰਧ ਨਹੀਂ ਕੀਤਾ। ਔਰ ਐਡੀ ਬੇਸ਼ਰਮੀ ਕਿ ਸਵਾ ਮਹੀਨਾ ਬੀਤ ਗਿਆ ਤਦ ਵੀ ਨਹੀਂ। 2 ਪਖਾਨੇ ਭੇਜੇ ਆ, ਉਹ BSN ਐਕਸਚੇਂਜ ਤੋਂ ਪਿੱਛੇ ਹੀ ਖੜੇ ਕਰਕੇ ਨਾ
ਪਤਾ ਨਹੀਂ ਉਹ ਪੁਲਿਸ ਵਾਲਿਆਂ ਵਾਸਤੇ ਭੇਜੇ ਆ, ਉੱਥੇ ਲੋਕ ਲਾਏ ਹੋਏ ਆ। ਉਹ ਤਾਂ ਪੁਲਿਸ ਵਾਲਿਆਂ ਲਈ ਹੋਣੇ ਫਿਰ, ਹਾਂ, ਲੋਕਾਂ ਦੀ ਫਿਕਰ ਥੋੜਾ। ਹਮੀਰ ਭਾਜੀ, ਹੁਣ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਇਹਨੂੰ ਹੱਲ ਕਰਨ ਦੀ ਸੋਚ ਰਹੀ ਆ? ਉਹਦੀ ਨੀਅਤ ਜਾਂ ਨੀਤੀ ਹੈ, ਜਾਂ ਕੱਲ ਨੂੰ ਅਜਿਹੇ ਬਲਡੋਜ਼ਰ ਪੰਜਾਬ 'ਚ ਹੋਰ ਚੱਲਦੇ ਦਿਖਣਗੇ ਫਿਰ? ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਚੀਫ ਮਿਨਿਸਟਰ ਤੋਂ ਸਾਰੀ ਉਮਰ ਹੋ ਗਈ ਕਹਿੰਦੇ ਸਭ ਨੂੰ ਘਰ ਦੇਣੇ ਨੇ, ਹਾਂ, ਹੈ ਨਾ। ਜਿਨ੍ਹਾਂ ਦੇ ਘਰ ਹੈ ਉਹ ਢਾਹ ਰਹੇ ਹੋ। ਉਹ ਢਾਹ ਰਹੇ। ਇਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤਾਂ ਹੈ ਨਹੀਂ ਨਾ। ਇੰਪਰੂਵਮੈਂਟ ਟਰਸਟ ਕਹਿੰਦਾ ਮੇਰੀ ਹੈ। ਇੰਪਰੂਵਮੈਂਟ ਟਰਸਟ ਕਿਹਦਾ ਹੈ? ਹਾਂ, ਉਹ ਲੋਕਾਂ ਦਾ ਹੈ। ਉਹ ਲੋਕਾਂ ਦੀ ਪ੍ਰਾਪਰਟੀ ਹੈ। ਜੇ ਇੰਪਰੂਵਮੈਂਟ ਟਰਸਟ ਤਾਂ ਹੁੰਦਾ ਉੱਤੇ ਉਸ ਤੋਂ ਵਿਡਰਾ ਕਰਕੇ ਆਪਣੀ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਜਿੱਥੇ ਤੱਕ ਵੀ ਗਿਆ, ਕੋਰਟ 'ਚ ਕਿਉਂ ਗਿਆ ਉਹ? ਜੇ ਲੋਕਾਂ ਨੂੰ ਘਰਾਂ ਦੇ ਕੁਐਸਚਨ ਸੀ, ਲੋਕਾਂ ਨੂੰ ਦੇ ਦਿਓ, ਤੁਸੀਂ ਅਲਾਟ ਕਰ ਦਿਓ, ਉਹਨਾਂ ਤੋਂ ਥੋੜੇ ਬਹੁਤ ਪੈਸੇ ਲੈ ਲੈਂਦੇ, ਜੋ ਮਰਜ਼ੀ ਕਰਦੇ, ਕੋਈ ਤਰੀਕਾ ਕੋਈ ਸਕੀਮ ਕਰਦੇ ਨਾ। ਹਰ ਸਾਲ ਤੁਸੀਂ ਸੈਂਕੜੇ ਗੈਰ ਕਾਨੂੰਨੀ ਕਲੋਨੀਆਂ ਨੂੰ ਕਾਨੂੰਨੀ ਦਰਜਾ ਦਿੰਦੇ ਹੋ, ਲੀਗਲਾਈਜ਼ ਕਰਦੇ ਹੋ ਨਾ। ਜਿਹੜੇ ਵੱਡੇ ਵੱਡੇ ਪ੍ਰਾਪਰਟੀ ਡੀਲਰ ਕਲੋਨੀਆਂ ਕੱਟਦੇ ਨੇ, ਉਸ ਤੋਂ ਬਾਅਦ ਕੋਈ ਢਾਈ ਦੇਖੀ ਹੈ? ਸਭ ਨੂੰ ਲੀਗਲਾਈਜ਼ ਕਰਦੇ ਹੋ ਕਿਉਂਕਿ ਉਹ 'ਚੋਂ ਹਿੱਸਾ ਮਿਲਦਾ ਤੁਹਾਨੂੰ, ਹੋਰ ਕੋਈ ਗੱਲ ਨਹੀਂ। ਜਿੱਥੇ ਜਾ ਕੇ ਜੇ ਬੰਦਿਆਂ ਦਾ ਕਿਤੇ ਵੀ ਕਿਤੇ ਘਰ ਪਾ ਲੇ, ਗੈਰ ਕਾਨੂੰਨੀ ਬੰਦਾ ਕਿੱਥੇ ਹੈ? ਉਹ ਦੇਸ਼ ਦਾ ਨਾਗਰਿਕ ਹੈ, ਉਹਦੇ ਕੋਲ ਘਰ ਪਾਉਣ ਨੂੰ ਜਗ੍ਹਾ ਨਹੀਂ ਸੀ, ਜਿੱਥੇ ਉਹਨੂੰ ਮਿਲੀ ਉਹਨੇ ਆ ਕੇ ਘਰ ਪਾ ਲਿਆ। ਇਹ ਵੀ ਕਿਸੇ ਨੇ ਵੇਚੀ ਹੋਣੀ। ਕਾਨੂੰਨੀ ਕਿਵੇਂ ਹੋ ਗਿਆ? ਤੁਹਾਡਾ ਸਿਟੀਜ਼ਨ ਹੈ ਨਾ। ਇਹ ਤੁਹਾਡੀ ਜ਼ਿੰਮੇਵਾਰੀ ਸੀ ਉਹਨੂੰ ਘਰ ਪਾ ਕੇ ਦੇਣਾ, ਘਰ ਲਈ ਮਾਹੌਲ ਦੇਣਾ। ਜੇ ਅੱਜ ਤੱਕ ਨਹੀਂ ਦੇ ਸਕੇ, ਵੱਖ-ਵੱਖ ਪੋਲੀਟੀਸ਼ੀਅਨ ਦੀ ਨਲਾਇਕੀ ਹੈ ਜਿਹੜੇ ਬਾਰ-ਬਾਰ ਵੋਟਾਂ ਲੈ ਕੇ ਕਹਿੰਦੇ ਸੀ ਅਸੀਂ ਸਭ ਲਈ ਘਰ ਦੀ ਜ਼ਿੰਮੇਵਾਰੀ, ਲੋਕਾਂ ਦੇ ਜਾਨ ਦੀ, ਲੋਕਾਂ ਦੇ ਮਾਲ ਦੀ, ਹਿੰਦੁਸਤਾਨ ਦੇ ਸੰਵਿਧਾਨ ਦੀ ਮੈਂ ਰਾਖੀ ਕਰੂੰਗਾ। ਜਦੋਂ ਤੁਸੀਂ ਉਹ ਰਾਖੀ ਕਰਨ ਜੋਗੇ ਨਹੀਂ, ਲੋਕਾਂ ਨੇ ਆਪਣਾ ਤਰੱਦਦ ਕਰਕੇ ਆਪਣੇ ਪੈਸੇ ਨਾਲ ਚੀਜ਼ਾਂ ਪਾ ਲੀਆਂ, ਤੁਸੀਂ ਉਲਟਾ ਉਹਨੂੰ ਤੋੜਨ ਤੇ ਚਲੇ ਗਏ ਹੋ। ਮਤਲਬ ਉਹਨੂੰ ਵਸਾਉਣ ਤੇ ਨਹੀਂ ਗਏ, ਉਹਨੂੰ ਤੋੜਨ ਤੇ ਗਏ ਹੋ ਕਿ ਆਪਾਂ ਇਹਨੂੰ ਤੋੜ ਦਿੰਦੇ ਹਾਂ ਜਾਂ ਜੋ ਵੀ ਮਰਜ਼ੀ ਕਰਦੇ ਹਾਂ। ਔਰ ਇਸੇ ਕਰਕੇ ਇਹ ਹੈ ਕਿ ਹੁਣ ਵੀ ਕੋਈ ਬੜੀ ਗੱਲ ਨਹੀਂ ਹੈ। ਤੁਸੀਂ ਅੱਜ ਵੀ ਸਮਝ ਲਓ, ਕੇਸ ਵਾਪਸ ਲਓ, ਗਵਰਨਮੈਂਟ ਬਣਾ ਕੇ ਦੇਵੇ ਉਹਨਾਂ ਦੇ ਘਰ ਇੱਥੇ। ਕਿਉਂ ਨਹੀਂ ਬਣਾ ਕੇ ਦੇਣ ਦੀ? ਕੋਈ ਗਲੀ ਨਾਲੀ ਇੱਧਰ ਉੱਧਰ ਕਰਨੀ ਆ, ਮਾੜੀ ਮੋਟੀ ਆਪਣੇ ਨਕਸ਼ੇ ਮੁਤਾਬਕ ਕਰ ਲਓ। ਕਿਉਂ ਨਹੀਂ ਤੁਸੀਂ ਇੱਥੇ ਕਿੱਥੇ ਪਲਾਟ ਪਾ ਕੇ ਦੇਣਾ ਚਾਹੁੰਦੇ ਹੋ? ਉਹ ਹੈ ਹੀ ਨਹੀਂ ਕੋਈ ਬਦਲ। ਉੱਥੇ ਕਿੱਥੇ ਦੇਣਾ ਚਾਹੁੰਦੇ ਹੋ? ਇਦੋਂ ਪਹਿਲਾਂ ਇੱਕ ਦਿੱਤਾ ਸੀ ਫਲਾਈਟ ਦਾ ਕਲਚਰ, ਇੱਕ ਆਲ ਇੰਡੀਆ ਸਕੀਮ ਚੱਲੀ ਸੀ ਇੰਦਰਾ ਗਾਂਧੀ ਵੇਲੇ, ਉਦੋਂ ਬਾਅਦ ਵੀ ਉਹ ਚੱਲਦੀ ਰਹੀ ਹੈ। ਉਹਨੂੰ ਪਹਿਲਾਂ ਇੰਦਰਾ ਆਵਾਸ ਯੋਜਨਾ ਕਹਿੰਦੇ ਸੀ, ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਂ ਤੇ ਇੱਕ ਵਾਰ ਉਹ ਸਾਰੇ ਦਲਤਾਂ ਦੇ ਨਾ ਸਾਰੇ ਪਿੰਡਾਂ ਤੋਂ 2-2 ਕਿਲੋਮੀਟਰ ਦੂਰ ਪਵਾਤੇ ਘਰ ਛੋਟੇ ਜੇ, ਔਰ ਉਹ ਛੋਟੇ ਛੋਟੇ ਘਰ ਪਾਏ ਤੇ ਉਹਦੇ 'ਚ ਰੇਤਾ ਹੀ ਰੇਤਾ, ਕਿਤੇ ਸੀਮੈਂਟ ਨਹੀਂ ਲਾਇਆ। ਉਹ ਆਪ ਹੀ ਮਰ ਗਈ ਸਾਰੀ ਸਕੀਮ, ਇੱਕ ਵੀ ਬੰਦਾ ਉੱਥੇ ਨਹੀਂ ਗਿਆ। ਉਹੋ ਜਿਹੇ ਘਰਾਂ 'ਚ ਜਾ ਕੇ ਬੰਦੇ ਦਾ ਛੱਤ ਡਿੱਗ ਕੇ ਉਹੇ ਜਿਹੇ ਫਲੈਟ ਹੁਣ ਦੇਣ ਨੂੰ ਫਿਰਦੇ ਸੀ। ਸਾਨੂੰ ਤੋੜਨਾ, ਤੁਸੀਂ ਪਿੰਡ ਨਾਲੋਂ ਤੋੜ ਕੇ ਤੂੰ ਕਹ 2 ਕਿਲੋਮੀਟਰ ਜਾ, ਉਹਦੇ ਕੋਲ ਤੁਰਨ ਨੂੰ ਨਹੀਂ ਪੈ, ਉਹਨੇ ਉੱਥੇ ਰੋਜੀ ਰੋਟੀ ਕਮਾਉਣੀ ਹੈ। ਹੁਣ ਇਸ ਜਿਹੜਾ ਪਿੰਡ ਵੀ ਹੈ, ਇੱਥੇ ਲੋਕਾਂ ਦੀਆਂ ਦੁਕਾਨਾਂ ਵੀ ਹੋਣਗੀਆਂ ਵੱਖ-ਵੱਖ ਕਿਸਮ ਦੀਆਂ, ਆਪਦਾ ਧੰਦਾ ਵੀ ਕੋਈ ਕਰਦੇ ਹੋਣਗੇ। ਤੁਸੀਂ ਕੇਵਲ ਘਰ ਨਹੀਂ ਢਾਏ ਆ, ਉਹਦੀ ਜ਼ਿੰਦਗੀ ਜਿਉਣ ਦਾ ਵਸੀਲਾ ਖੋਲਿਆ। ਔਰ ਉਹ ਘਰ ਕਿੱਥੇ ਜਾਣਗੇ? ਉਹ ਕਿੱਥੇ ਜਾ ਕੇ ਕੰਮ ਕਰਨਗੇ? ਜਿੱਡਾ ਮਰਜੀ ਤੁਸੀਂ ਪੌਸ਼ ਸਿਟੀ ਵਸਾ ਲਓ, ਤੁਹਾਨੂੰ ਗਰੀਬ ਆਦਮੀ ਸਸਤੀ ਲੇਬਰ ਤੇ ਚਾਹੀਦਾ ਹੀ ਚਾਹੀਦਾ। ਚਾਹੇ ਉਹ ਪੈਰਿਸ ਬਣਾ ਦਿਓ, ਚਾਹੇ ਤੁਸੀਂ ਚੰਡੀਗੜ੍ਹ ਬਣਾ ਦਿਓ, ਪਰ ਉਹਨੂੰ ਤੁਸੀਂ ਕਹਿੰਦੇ ਹੋ ਮੇਰੇ ਘਰੇ ਆ ਕੇ ਤੂੰ ਗੋਹਾ ਕੂੜਾ ਕਰੀ, ਮੇਰੇ ਘਰ ਬਰਤਨ ਸਾਫ਼ ਕਰੀ, ਪਰ ਆਈ 5 ਕਿਲੋਮੀਟਰ ਤੋਂ ਸਾਈਕਲ ਤੇ ਨੇੜੇ ਉਹਦੇ ਲਈ ਜਗ੍ਹਾ ਨਹੀਂ ਹੈ ਤੁਹਾਡੇ ਕੋਲ ਕੋਈ ਦੇਣ ਲਈ ਕਿ ਤੂੰ ਇੱਥੇ ਰਹਿ ਜਾ ਕਰ, ਇੱਥੋਂ ਆ ਕੇ ਇਸ ਲਈ ਕੰਮ ਵੀ ਤੈਨੂੰ ਸੌਖਾ ਹੋਊਗਾ, ਤੈਨੂੰ ਵੀ ਸੌਖਾ। ਇਹ ਅਪਰੋਚ ਦਾ ਸਵਾਲ ਹੈ। ਤੁਸੀਂ ਇਨਸਾਨੀ ਅਪਰੋਚ ਲੈਂਦੇ ਹੋ ਜਾਂ ਉਸ ਲੈਵਲ ਦੀ ਅਪਰੋਚ ਹੈ ਕਿ ਤੁਸੀਂ ਬਾਦਸ਼ਾਹ ਹੈਗੇ ਹੋ, ਜ਼ਗੀਰਦਾਰ ਹੋ, ਮੈਂ ਉਸ ਤਰ੍ਹਾਂ ਦੀ ਵਸਤੂ ਦੀ ਤਰ੍ਹਾਂ ਬੰਦੇ ਨੂੰ ਲੈਣਾ, ਉਹਨੂੰ ਗਾਲ ਵੀ ਕੱਢ ਸਕਦਾ, ਉਹਨੂੰ ਤੋੜ ਵੀ ਸਕਦਾ, ਮਾਰ ਕੁੱਟ ਸਕਦਾ। ਇਹ ਜਿਹੜੀਆਂ ਪਹੁੰਚਾਂ ਨੇ, ਇਹ ਕੋਈ ਡੈਮੋਕ੍ਰੇਟਿਕ ਕੰਟਰੀ ਦੀਆਂ ਨਹੀਂ, ਇਹ ਅੱਜ ਦੇ ਦੌਰ ਦੀਆਂ ਨਹੀਂ, ਇਹ ਇਨਸਾਨੀ ਦੌਰ ਦਾ ਸਿਸਟਮ ਨਹੀਂ ਹੈ। ਔਰ ਇਸੇ ਕਰਕੇ ਇਹ ਹੈ ਕਿ ਜਦੋਂ ਭਗਵੰਤ ਮਾਨ ਨੇ ਵੀ ਇਹ ਕਿਹਾ ਸੀ ਵੀ ਅਸੀਂ ਇਹਨੂੰ ਠੀਕ ਕਰਾਂਗੇ, ਜਿਹੜੀ ਇਹ ਗਲਤੀ ਹੈ ਜਾਂ ਜਿਹੜਾ ਵੀ ਹੈ, ਉਹ ਠੀਕ ਹੀ ਕਰ ਰਹੇ ਨੇ। ਕਿੰਨਾ ਟਾਈਮ ਲੱਗੂਗਾ? ਕੋਈ ਫੈਸਲਾ ਹੋਇਆ? ਕਿਹੜੇ ਫੈਸਲੇ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ? ਲੋਕਾਂ ਨੂੰ ਜਿਵੇਂ ਕਹਿੰਦੇ ਨੇ ਇਨਸਾਫ ਹੈ ਨਹੀਂ ਵੀ ਅਸੀਂ ਦਿਆਂਗੇ, ਇਨਸਾਫ ਲੱਗਣਾ ਵੀ ਚਾਹੀਦਾ, ਦੇ ਰਹੇ ਹੋ। ਸਰਦੀ ਕੱਢਤੀ ਸਾਰੀ ਦੀ ਸਾਰੀ ਲੋਕਾਂ ਦੀ, ਬੰਦੇ ਬਿਮਾਰ ਹੋ ਜਾਣਗੇ, ਬਾਕੀ ਚੀਜ਼ਾਂ ਨੇ ਸਾਰੀਆਂ, ਤਾਂ ਤੁਸੀਂ ਕਿਸ ਹੱਦ ਤੱਕ ਜਾ ਸਕਦੇ ਹੋ? ਉਦੋਂ ਬਾਅਦ ਕਿੰਨੀ ਲਾਪਰਵਾਹੀ ਕਰ ਸਕਦੇ ਹੋ? ਬਾਕੀ ਦੀਆਂ ਤਾਂ ਨਲਾਇਕ ਸਰਕਾਰਾਂ ਨੂੰ ਲੋਕਾਂ ਨੇ ਵੋਟਾਂ ਤੁਹਾਨੂੰ ਇਸੇ ਕਰਕੇ ਪਾਈਆਂ ਕਿ ਬਾਕੀ ਸਭ ਨਲਾਇਕ ਨੇ ਜੀ। ਤੁਹਾਡੇ ਤੇ ਫੇਥ ਕੀਤਾ, 92 MLA ਤੁਹਾਨੂੰ ਦਿੱਤੇ, ਔਰ ਉਹਦੇ ਨਾਲ ਦੀ ਨਾਲ ਤੁਹਾਨੂੰ ਇਹ ਕਿਹਾ ਵੀ ਤੁਸੀਂ ਸ਼ਾਇਦ ਬਦਲਾਅ ਲਿਆਓਗੇ। ਇਹ ਬਦਲਾਅ ਹੈ ਕਿ ਇੱਥੇ ਖੰਡਰ ਪਏ ਰਹਿਣਗੇ, ਲੋਕ ਖੰਡਰ ਨੂੰ ਬਚਾਉਣ ਲਈ, ਲੋਕ ਇੱਟਾਂ ਰੋੜੇ ਮਲਬੇ ਨੂੰ ਬਚਾਉਣ ਲਈ ਧਰਨੇ ਦੇਣਗੇ, ਆਪਣੇ ਮਲਬੇ ਤੇ ਬੈਠੇ ਰਹਿਣਗੇ ਤੇ ਤੁਸੀਂ ਨਹੀਂ ਦੇਖੋਗੇ ਉਸ ਵੱਲ। ਇਹ ਬਦਲਾਅ ਦੀ ਗੱਲ ਹੈ। ਔਰ ਅਦਾਲਤਾਂ ਉੱਪਰ ਨਹੀਂ ਡਿੱਗਦੀਆਂ ਹੁੰਦੀਆਂ ਕਿਸੇ ਦੇ। ਔਰ ਜਦੋਂ ਤੁਸੀਂ ਫੈਸਲਾ ਨਾ, ਰਾਜੋਆਣੇ ਨੂੰ ਫਾਂਸੀ ਦੀ ਸਜ਼ਾ ਹੋਈ, ਮੁਕਰਰ ਹੋ ਗਈ, ਮੁਕਰਰ ਹੋ ਕੇ ਜੇਲਰ ਨੇ ਟਾਈਮ ਵੀ ਬਾਉਂਡ ਕਰਤਾ, ਪਰ ਜਦ ਪਰ ਲੱਗਿਆ ਕਿ ਸਟੇਟ ਹਿੱਲ ਜੂਗੀ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਿੱਲੀ ਭੱਜੇ ਗਏ। ਫਾਂਸੀ ਦੀ ਸਜ਼ਾ ਜੀ ਉਮਰ ਕੈਦ 'ਚ ਬਦਲਦੀ ਹੈ ਉਦੋਂ ਬਾਅਦ। ਔਰ ਉਦੋਂ ਬਾਅਦ ਬੰਦੀ ਸਿੰਘਾਂ ਦੇ ਰਿਹਾਈ ਦੀ ਮੰਗ ਵੀ ਆਉਂਦੀ ਹੈ, ਉਹ ਵੀ ਕੋਰਟ ਦੀ ਸਜ਼ਾ ਸੀ।
ਤੇ ਤੁਸੀਂ ਜੇ ਉਸ ਹੱਦ ਤੱਕ ਵੀ ਕਰ ਸਕਦੇ ਹੋ ਜਾ ਕੇ, ਸਟੇਟ ਚਾਹੇ ਕੀ ਨਹੀਂ ਕਰ ਸਕਦੀ। ਸਟੇਟ ਚਾਹੇ ਤਾਂ ਆਪਣੇ ਹੀ ਲੋਕਾਂ ਤੇ ਬਲਡੋਜ਼ਰ ਚਲਾ ਦੇ, ਸਟੇਟ ਚਾਹੇ ਜੇ ਉਹਨੂੰ ਸਦਬੁੱਧੀ ਹੋਵੇ ਤਾਂ ਇੱਥੇ ਉਹਨਾਂ ਦੇ ਚੰਗੇ ਘਰ ਬਣਾ ਕੇ ਵੀ ਦੇ ਸਕਦੀ ਹੈ ਔਰ ਦੇਖ ਕੇ ਕਰ ਸਕਦੇ। ਇਹ ਫੈਸਲਾ ਸਟੇਟ ਨੇ ਆਪਣੇ ਆਪ ਕਰਨਾ ਹੈ। ਔਰ ਇਹਦੇ ਨਾਲ ਦੀ ਨਾਲ ਸਭ ਤੋਂ ਬੜਾ ਕੁਐਸਚਨ ਇਹ ਹੈ, ਇੱਕ ਚੰਗੀ ਗੱਲ ਹੈ, ਲੋਕਾਂ ਨੇ ਜਦੋਜਹਿਦ ਲੜੀ, ਬਾਹਰੋਂ ਲੋਕ ਹੋਰ ਚਾਹੇ ਕਿਸਾਨ ਮਜ਼ਦੂਰ ਸਪੋਰਟ ਚਾਹੇ, ਔਰ ਉਹ ਸਪੋਰਟ ਦੇ ਵਿੱਚ ਆਉਣਾ ਇਹੀ ਲੋਕਾਂ ਦੀ ਤਾਕਤ ਹੈ। ਪੰਜਾਬ ਨੂੰ ਮੇਰਾ ਖਿਆਲ ਹੈ ਲੀਡਰਸ਼ਿਪ ਤੋਂ ਉਮੀਦ ਖਤਮ ਹੋ ਗਈ ਹੈ। ਇਸੇ ਕਰਕੇ 190 ਦਿਨ ਤੋਂ ਜੀਰੇ ਲੋਕ ਬੈਠੇ ਨੇ ਕਿ ਭਾਈ ਸਾਹਿਬ ਸਾਡੀ ਜ਼ਿੰਦਗੀ ਦਾ ਸਵਾਲ ਹੈ, ਪਾਣੀ ਦਾ ਸਵਾਲ ਹੈ, ਹਵਾ ਦਾ ਸਵਾਲ ਹੈ, ਸਾਨੂੰ ਜ਼ਿੰਦਗੀ ਦਿਓ। ਇਸੇ ਕਰਕੇ ਬਾਈਬਲ ਕਰਾਂ ਲੋਕ ਬੈਠੇ ਨੇ, ਇਸੇ ਕਰਕੇ ਚੰਡੀਗੜ੍ਹ ਆ ਕੇ ਲੋਕ ਬੈਠ ਗਏ ਨੇ ਹੁਣ ਪਰਮਾਨੈਂਟ ਮੋਰਚਾ ਲਾ ਕੇ, ਇਸੇ ਕਰਕੇ ਲਤੀਫਪੁਰਾ ਬੈਠੇ ਨੇ, ਇਸੇ ਕਰਕੇ ਟੈਂਕੀਆਂ ਤੇ ਚੜ੍ਹੇ ਬੇਰੁਜ਼ਗਾਰ ਬੈਠੇ ਨੇ। ਮਤਲਬ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਆਪ ਦਾ ਸਿਰ ਆਪ ਗੁੰਦਣਾ ਪਊਗਾ। ਹੁਣ ਸਾਡੇ ਕੋਲ ਅੰਦੋਲਨ ਤੋਂ ਬਿਨਾਂ ਕੋਈ ਚਾਰਾ ਨਹੀਂ। ਜਦ ਟੋਟਲ ਸਿਆਸਤ ਤੋਂ ਲੋਕਾਂ ਦਾ ਭਰੋਸਾ ਹਿਲਦਾ ਨਾ, ਤਾਂ ਸਿਆਸਤਦਾਨ ਨੂੰ ਸਮਝ ਆਉਣੀ ਚਾਹੀਦੀ ਕਿ ਹਾਲਾਤ ਕਿੰਨੇ ਕੁ ਖਰਾਬ ਨੇ। ਜਦੋਂ ਲੀਡਰ ਨਾ ਰਹੇ ਉਹਨਾਂ ਸਾਹਮਣੇ, ਅਫਸਰ ਨਾ ਰਹੇ, ਸਗੋਂ ਉਹ ਮਜਲੂਮਾਂ ਤੇ ਜ਼ੁਲਮ ਕਰਨ ਵਾਲਾ ਹੋ ਜੇ, ਤਾਂ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾਂਦੇ ਨੇ। ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਇਹ ਇੱਟਾਂ ਦਾ ਢੇਰ ਦੱਸਦਾ ਕਿ ਹਾਲਾਤ ਬਹੁਤ ਬਦ ਤੋਂ ਬਦਤਰ ਨੇ। ਸੋ ਕੱਲੇ ਡੀਸੀ ਐਸਐਸਪੀ ਨੂੰ ਪੁੱਛਣ ਦਾ ਸਵਾਲ ਨਹੀਂ, ਸਵਾਲ ਇਸ ਹਲਕੇ ਦੇ ਐਮਐਲਏ ਪ੍ਰਗਟ ਸਿੰਘ ਦਾ ਵੀ ਹੈ, ਸਵਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੰਘੇੜਾ ਹੋਰਾਂ ਨੂੰ ਵੀ ਹੈ, ਤੇ ਸਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ, ਤੇ ਸਵਾਲਾਂ ਦੇ ਘੇਰੇ 'ਚ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਵੀ ਨੇ। ਲੱਗੀ ਜੇ ਤੇਰੇ ਕਾਲਜ ਜੇ ਛੁਰੀ ਨਹੀਂ, ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ। ਇੱਟਾਂ ਰੋੜੇ ਸ਼ਹਿਰ ਦੀ ਹਾਲਤ ਬਿਆਨ ਕਰ ਰਹੇ ਨੇ। ਲਤੀਫਪੁਰੇ ਦਾ ਬੋਰਡ ਖੜਾ ਏ ਤੇ ਇਮਾਰਤਾਂ ਵੀ ਮੁੜ ਕੇ ਖੜੀਆਂ ਹੋਣਗੀਆਂ। ਇਸੇ ਜਜ਼ਬੇ ਨਾਲ ਇਹ ਧਰਨਾ ਵੀ ਜਾਰੀ ਹੈ ਤੇ ਅਸੀਂ ਲੈ ਕੇ ਹਾਜ਼ਰ ਸੀ ਤੁਹਾਡੇ ਲਈ ਖਾਸ ਲਤੀਫਪੁਰੇ ਤੋਂ ਪ੍ਰੋਗਰਾਮ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ।